ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਸ਼ੁਭਾਏਮਾਨ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਗਰੀਬ ਨਵਾਜ ਸ਼ਹਿਨਸ਼ਾਹ ਸਤਿਗੁਰੂ ਹਜ਼ੂਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤੱਲਣ ਵਿਖੇ ਆਪ ਜੀ ਸਮੂਹ ਸੰਗਤਾਂ ਗੁਰੂ ਕੇ ਪਿਆਰ ਵਿੱਚ ਨਿੱਤਾ ਪ੍ਰਤੀ ਦੇ ਨੇਮ ਨੂੰ ਨਿਭਾਉਂਦਿਆਂ ਹੋਇਆਂ ਸੰਧਿਆ ਦੇ ਦੀਵਾਨ ਦੇ ਵਿੱਚ ਹਾਜ਼ਰੀ ਭਰ ਰਹੇ ਹੋ। ਸਜੇ ਹੋਏ ਦੀਵਾਨ ਵਿੱਚ ਗੁਰੂ ਕੀ ਬਾਣੀ ਦਾ ਕੀਰਤਨ, ਰਹਿਰਾਸ ਸਾਹਿਬ ਦਾ ਪਾਠ ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਜੀਵਨ ਇਤਿਹਾਸ ਦੀ ਕਥਾ ਦੇ ਵਿੱਚ ਸਵਾਸਾਂ ਨੂੰ ਸਫਲ ਕਰਨ ਦਾ ਸਬੱਬ ਬਣ ਰਿਹਾ ਹੈ। ਸਾਹਿਬ ਜੀ ਮਿਹਰਾਂ ਕਰ ਰਹੇ ਹਨ, ਰਹਿਮਤਾਂ ਵਰਤਾ ਰਹੇ ਹਨ। ਜੋ ਸੋਹਣਾ ਸੁੰਦਰ ਇਤਿਹਾਸ ਕਲਗੀਧਰ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਦਾ ਚੱਲਿਆ ਹੋਇਆ ਹੈ। ਸਤਿਗੁਰੂ ਜੀ ਦੇ ਦਰ ਘਰ ਦੇ ਅਨੇਨ ਗੁਰਸਿੱਖ ਪਿਆਰੇ ਪਿਆਰੇ ਭਾਈ ਦਇਆ ਸਿੰਘ ਜੀ ਗੁਰੂ ਕੀਆਂ ਸੰਗਤਾਂ ਦੇ ਪ੍ਰਸ਼ਨਾਂ ਦੇ ਉੱਤਰ ਦੇ ਰਹੇ ਹਨ। ਸਤਿਗੁਰੂ ਜੀ ਵੱਲੋਂ ਲਾਏ ਗਏ ਹੁਕਮ ਨੂੰ ਨਿਭਾਉਂਦਿਆਂ ਹੋਇਆਂ, ਸਤਿਗੁਰੂ ਜੀ ਦੀ ਆਗਿਆ ਨੂੰ ਮੰਨਦਿਆਂ ਹੋਇਆਂ, ਜਦੋਂ ਗੁਰੂ ਕੀਆਂ ਸੰਗਤਾਂ ਨੇ ਕਿਹਾ ਮਹਾਰਾਜ ਅਸੀਂ ਕੁਝ ਸਵਾਲ ਕਰਨੇ ਹੈ, ਤਾਂ ਸਤਿਗੁਰੂ ਸਾਹਿਬ ਜੀ ਨੇ ਹੁਕਮ ਕਰ ਦਿੱਤਾ ਕਿ ਭਾਈ ਦਇਆ ਸਿੰਘ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣਗੇ। 15 ਸਵਾਲ ਗੁਰੂ ਕੀਆਂ ਸੰਗਤਾਂ ਨੇ ਭਾਈ ਦਇਆ ਸਿੰਘ ਜੀ ਦੇ ਸਨਮੁਖ ਰੱਖੇ, ਜਿਨ੍ਹਾਂ ਵਿੱਚੋਂ 2 ਸਵਾਲਾਂ ਦੇ ਜਵਾਬ ਆਪਾਂ ਬੀਤੇ ਕੱਲ੍ਹ ਦੇ ਦੀਵਾਨ ਦੇ ਵਿੱਚ ਅਤੇ ਪਰਸੋਂ ਦੇ ਦੀਵਾਨ ਦੇ ਵਿੱਚ ਵਿਚਾਰ ਚੁੱਕੇ ਹਾਂ। ਜਿਵੇਂ ਭਾਈ ਦਇਆ ਸਿੰਘ ਜੀ ਨੇ ਇਹ ਬਹੁਤ ਹੀ ਸੂਝ-ਬੂਝ ਦੇ ਸਹਿਤ ਗੁਰੂ ਕੀਆਂ ਸੰਗਤਾਂ ਨੂੰ ਜਵਾਬ ਦਿੱਤੇ। ਪਹਿਲਾ ਸਵਾਲ ਸੀ ਕਿ ਅਗਿਆਨ ਦਾ ਰੂਪ ਕਹੋ, ਅਗਿਆਨ ਕੀ ਹੈ? ਤਾਂ ਭਾਈ ਸਾਹਿਬ ਜੀ ਨੇ ਬਹੁਤ ਵਿਸਥਾਰ ਸਹਿਤ ਦੱਸਿਆ ਕਿ ਜਿਹੜਾ ਅਗਿਆਨ ਹੈ ਇਹ ਬਿਨਾਂ ਆਕਾਰ ਤੋਂ ਹੈ, ਬਿਨਾਂ ਜਨਮ ਤੋਂ ਹੈ ਔਰ ਅਨਾਦਿ ਹੈ, ਜਿਹਦੇ ਆਦਿ ਦਾ ਆਰੰਭਤਾ ਦਾ ਕੋਈ ਪਤਾ ਨਹੀਂ ਹੈ। ਸੋ ਇਹ ਅਗਿਆਨ ਦੀਆਂ ਅੱਗੇ 6 ਸੰਗਿਆ ਜਿਹੜੀਆਂ ਬਣ ਜਾਂਦੀਆਂ ਉਹ ਉਦਾਹਰਨਾਂ ਦੇ ਸਹਿਤ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੇ ਦੱਸੀਆਂ ਕਿ ਜਿਹੜਾ ਅਗਿਆਨ ਹੈ ਇਹਦੀਆਂ 6 ਸੰਗਿਆ ਹਨ। ਚੇਤਨ ਵਿਆਪਕ ਹੈ, ਬ੍ਰਹਮ ਚੇਤਨ ਹੈ, ਈਸ਼ਰ ਹੈ, ਇਸੇ ਤਰ੍ਹਾਂ ਜੀਵ ਹੈ। ਈਸ਼ਰ ਜੀਵ ਵੱਖੋ ਵੱਖਰੇ ਹਨ ਅਤੇ ਇਸੇ ਤਰ੍ਹਾਂ ਚਿਦਾਭਾਸ ਹੈ। ਚਿੱਤ ਦੇ ਵਿੱਚ, ਚਿੱਤ ਦੇ ਵਿੱਚ ਜੋ ਉਸ ਬ੍ਰਹਮ ਚੇਤਨ ਦਾ ਆਭਾਸ ਪੈ ਰਿਹਾ ਅੰਤःਕਰਣ ਦੇ ਵਿੱਚ। ਸੋ ਇਹ 6 ਉਦਾਹਰਨਾਂ ਦੱਸੀਆਂ, ਨਾਲ ਸੌਖਿਆਂ ਸਮਝਣ ਦੇ ਲਈ ਪ੍ਰਮਾਣ ਵੀ ਦਿੱਤਾ। ਔਰ ਇਸ ਅਗਿਆਨ ਦੇ ਵਿੱਚ ਇਹ 6 ਚੀਜ਼ਾਂ ਜਿਹੜੀਆਂ 6 ਸੰਗਿਆ ਕਿਵੇਂ ਵਸਦੀਆਂ, ਕਹਿੰਦੇ ਇਹ ਸੂਖਸ਼ਮ ਰੂਪ ਕਰਕੇ ਵਸਦੀਆਂ ਹਨ, ਇਹ ਦਿਖਾਈ ਨਹੀਂ ਦਿੰਦੀਆਂ। ਜਿਵੇਂ ਕਹਿੰਦੇ ਬੋਹੜ ਦਾ ਬਰੋਟੇ ਦਾ ਬੀਜ ਹੁੰਦਾ ਹੈ, ਬਿਲਕੁਲ ਛੋਟਾ ਜਿਹਾ ਦਾਣਾ, ਉਹਦੇ ਵਿੱਚ ਜੜ੍ਹਾਂ ਵਸਦੀਆਂ। ਇਸੇ ਪ੍ਰਕਾਰ ਉਹਦੇ ਵਿੱਚ ਉਹਦੀ ਛਿੱਲ ਵਸਦੀ ਹੈ, ਉਸ ਦੇ ਪੱਤੇ ਵਸਦੇ ਹੈ, ਉਹਦੀਆਂ ਸ਼ਾਖਾਂ ਟਾਹਣੀਆਂ ਵਸਦੀਆਂ, ਵੱਡੇ ਟਾਹਣ, ਅਤੇ ਉਹਦੇ ਫਲ ਵੀ ਇੱਕ ਇੱਕ ਬੀਜ ਦੇ ਵਿੱਚ ਉਹ ਸਾਰਾ ਬੂਟਾ ਹੀ ਸਮਾਇਆ ਹੋਇਆ ਨਾ। ਸੋ ਇਸ ਪ੍ਰਕਾਰ ਦੱਸਿਆ ਕਿ ਇਸ ਅਗਿਆਨ ਦੇ ਵਿੱਚ ਇਹ 6 ਸੰਗਿਆ ਇਸ ਪ੍ਰਕਾਰ ਬਰੀਕ ਰੂਪ ਦੇ ਵਿੱਚ, ਸੂਖਸ਼ਮ ਰੂਪ ਦੇ ਵਿੱਚ ਨਿਵਾਸ ਕਰਦੀਆਂ ਅਤੇ ਇਸੇ ਹੀ ਅਗਿਆਨ ਨੂੰ
ਕਹਿੰਦੇ ਅਵਿਆਕ੍ਰਿਤ ਵੀ ਕਿਹਾ ਜਾਂਦਾ ਹੈ ਅਤੇ ਅਵਿਅਕਤ ਵੀ ਇਸ ਦਾ ਨਾਮ ਲਿਆ ਜਾਂਦਾ ਹੈ। ਉਸ ਤੋਂ ਬਾਅਦ ਇਹਦੀਆਂ ਅਵਸਥਾਵਾਂ ਦੱਸੀਆਂ ਕਿ ਇੱਕ ਸਾਮਿਆ ਅਵਸਥਾ ਹੈ। ਸੋ ਜਿਹੜੀ ਸਾਮਿਆ ਅਵਸਥਾ ਹੈ ਉਹਦੇ ਵਿੱਚ ਕਹਿੰਦੇ ਤ੍ਰਿਗੁਣਾਤਮਕ ਸਾਮਿਆ ਅਵਸਥਾ, ਜਿਹਦੇ ਵਿੱਚ ਤਿੰਨੇ ਗੁਣ ਸ਼ੁੱਧ ਸਤੋਗੁਣ, ਸ਼ੁੱਧ ਰਜੋਗੁਣ ਅਤੇ ਸ਼ੁੱਧ ਤਮੋਗੁਣ ਚੇਤਨ ਦਾ ਆਭਾਸ ਲੈ ਕੇ ਵਸਦੇ ਹਨ। ਸੋ ਸ਼ੁੱਧ ਤਿੰਨੇ ਗੁਣ ਜਿਹੜੇ ਹੈ ਸ਼ੁੱਧ ਰੂਪ ਦੇ ਵਿੱਚ ਹੈ, ਚੇਤਨ ਦਾ ਆਭਾਸ ਪੈ ਰਿਹਾ, ਇਹਨੂੰ ਕਹਿੰਦੇ ਸਾਮਿਆ ਅਵਸਥਾ। ਤ੍ਰਿਗੁਣਾਤਮਕ ਤਿੰਨਾਂ ਗੁਣਾਂ ਦੇ ਸਹਿਤ ਸਮ ਅਵਸਥਾ ਕਹਿੰਦੇ ਹੈ। ਅਤੇ ਇਸੇ ਦਾ ਹੀ ਕਹਿੰਦੇ ਬਦਲਵਾਂ ਰੂਪ ਜਿਹੜੀ ਵਿਕਾਰ ਅਵਸਥਾ ਹੈ। ਵਿਕਾਰ ਅਵਸਥਾ ਕਿਹਨੂੰ ਕਹਿੰਦੇ ਹੈ? ਕਹਿੰਦੇ ਜਿਹੜੀ ਵਿਕਾਰ ਅਵਸਥਾ ਹੈ ਇਹਦੇ ਵਿੱਚ ਹੈਗੇ ਤਾਂ ਇਹ ਤਿੰਨੇ ਹੀ ਗੁਣ ਹੈ, ਸਤੋ ਗੁਣ ਹੈ, ਰਜੋ ਗੁਣ ਹੈ ਅਤੇ ਤਮੋ ਗੁਣ ਹੈ। ਪਰ ਇਹਦੇ ਵਿੱਚ ਇਹ ਸ਼ੁੱਧ ਅਸ਼ੁੱਧ ਹੈ ਅਤੇ ਹੈ ਵੱਖਰੇ ਵੱਖਰੇ, ਸ਼ੁੱਧ ਨਹੀਂ ਹੈ ਤਿੰਨੇ। ਸ਼ੁੱਧ ਸਤੋ ਗੁਣ ਜਦੋਂ ਹੋਵੇ, ਰਜੋ ਅਤੇ ਤਮੋ ਇਹ ਮਲਨ ਅਵਸਥਾ ਦੇ ਵਿੱਚ ਹੋਣ ਅਤੇ ਚੇਤਨ ਦਾ ਆਭਾਸ ਇੱਥੇ ਵੀ ਪੈਂਦਾ ਹੈ। ਕਹਿੰਦੇ ਉਸ ਵੇਲੇ ਕਹਿੰਦੇ ਫਿਰ ਇਹ ਪ੍ਰਧਾਨ ਮਾਇਆ ਕਹਾਉਂਦੀ ਹੈ, ਉਸ ਵੇਲੇ ਨੂੰ ਮਾਇਆ ਕਿਹਾ ਜਾਂਦਾ ਹੈ। ਅਤੇ ਇਸੇ ਪ੍ਰਕਾਰ ਕਹਿੰਦੇ ਇਹਨੂੰ ਮਾਇਆ ਜਾਣੋ ਸਾਰੇ। ਇੱਥੋਂ ਤੱਕ ਆਪਾਂ ਭਾਈ ਦਇਆ ਸਿੰਘ ਜੀ ਵੱਲੋਂ ਦਿੱਤੇ ਗਏ 2 ਪ੍ਰਸ਼ਨਾਂ ਦੇ ਉੱਤਰ ਜੋ ਉਹਨਾਂ ਨੇ ਬਾਖੂਬੀ ਉੱਤਰ ਦਿੱਤੇ ਆਪਾਂ ਸਰਵਣ ਕਰ ਚੁੱਕੇ ਹੈ ਕਿ ਅਗਿਆਨ ਕਿਹਨੂੰ ਕਹਿੰਦੇ ਹੈ ਅਤੇ ਮਾਇਆ ਕਿਹਨੂੰ ਕਹਿੰਦੇ ਹੈ। ਸੋ ਇਸ ਤੋਂ ਅੱਗੇ ਜਿਵੇਂ ਪਿਆਰੇ ਭਾਈ ਦਇਆ ਸਿੰਘ ਜੀ ਗੁਰੂ ਕੀਆਂ ਸੰਗਤਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਹੈ, ਉਹ ਆਪਾਂ ਇੱਕ ਇੱਕ ਕਰਕੇ ਅੱਗੇ ਸਰਵਣ ਕਰਾਂਗੇ, ਕਿਉਂਕਿ ਇਹ ਬ੍ਰਹਮ ਦੀ ਵਿਚਾਰ ਹੈ। ਇਹ ਬ੍ਰਹਮ ਵਿਚਾਰ ਵਿਚਾਰੈ ਕੋਈ, ਇਹਨੂੰ ਕੋਈ ਵਿਰਲਾ ਹੀ ਕੋਈ ਵਿਚਾਰ ਸਕਦਾ ਹੈ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋਵੇ, ਨਹੀਂ ਤਾਂ ਆਮ ਨਹੀਂ ਕੋਈ ਵਿਚਾਰ ਸਕਦਾ, ਆਮ ਨਹੀਂ ਸੁਣ ਕੇ ਸਮਝ ਸਕਦਾ। ਸੋ ਜਿਹੜੀ ਇਹ ਬ੍ਰਹਮ ਵਿਦਿਆ ਹੈ, ਬ੍ਰਹਮ ਗਿਆਨ ਦੀਆਂ ਬਾਤਾਂ ਹਨ, ਅਧਿਆਤਮਕਤਾ ਦੀਆਂ ਬਾਤਾਂ ਹਨ, ਇਹਨਾਂ ਨੂੰ ਆਮ ਸਮਝਣਾ ਸੌਖੀ ਗੱਲ ਨਹੀਂ। ਉਹੀ ਸਮਝ ਸਕਦਾ ਹੈ ਜਿਹਦੇ ਉੱਤੇ ਸਤਿਗੁਰੂ ਸਾਹਿਬ ਜੀ ਅਤਿਅੰਤ ਕਿਰਪਾ ਕਰਦੇ ਹੈ, ਕਿਉਂਕਿ ਬੜਾ ਸੂਖਸ਼ਮ ਵਿਸ਼ਾ ਹੈ ਇਹ, ਅਤੇ ਸੂਖਸ਼ਮ ਵਿਸ਼ੇ ਨੂੰ ਸਮਝਣ ਦੇ ਲਈ ਬੁੱਧੀ ਨੂੰ ਵੀ ਸੂਖਮ ਕਰਨਾ ਹੋਵੇਗਾ। ਸੋ ਇਸ ਕਰਕੇ ਅਤਿਅੰਤ ਇਕਾਗਰਤਾ ਅਤੇ ਸਾਹਿਤ ਆਓ ਆਪਾਂ ਸਾਰੇ ਰਲ ਮਿਲ ਕੇ, ਜਿਵੇਂ ਪਿਆਰੇ ਭਾਈ ਦਇਆ ਸਿੰਘ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨੂੰ ਸੰਗਤਾਂ ਵਿੱਚ ਵਰਤਾ ਰਹੇ ਹੈ, ਆਪਾਂ ਵੀ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ, ਕਲਗੀਧਰ ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰੋ। ਅਸੀਂ ਇੰਨ ਬਿਨ ਤਾਂ ਨਹੀਂ ਉਵੇਂ ਵਰਣਨ ਕਰ ਸਕਦੇ ਜਿਵੇਂ ਆਪ ਜੀ ਦੇ ਪਿਆਰੇ ਭਾਈ ਦਇਆ ਸਿੰਘ ਜੀ ਨੇ ਵਰਣਨ ਕਰ ਦਿੱਤਾ। ਚਲੋ ਖੈਰ, ਉਹਦੇ ਵਿੱਚੋਂ ਕੁਝ ਕੁ ਹਿੱਸਾ ਹੀ ਜੇ ਵਰਣਨ ਕੀਤਾ ਜਾ ਸਕੇ ਆਪ ਜੀ ਦੀ ਕਿਰਪਾ ਨਾਲ ਹੋਣਾ ਹੈ, ਤਾਂ ਆਪ ਜੀ ਕਿਰਪਾ ਬਣਾਈ ਰੱਖਿਓ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਭਾਈ ਦਇਆ ਸਿੰਘ ਵਰਗੇ ਬ੍ਰਹਮ ਗਿਆਨੀ ਸਿੱਖ, ਉਹਨਾਂ ਦੀ ਬਰਾਬਰਤਾ ਕਰਨ ਦੀ ਗੱਲ ਬਾਰੇ ਸੋਚਣਾ ਵੀ ਸਾਡੇ ਲਈ ਪਾਪ ਹੈ, ਕਿਉਂਕਿ ਉਹ ਤਾਂ ਬਹੁਤ ਵੱਡੇ ਭਾਗਾਂ ਵਾਲੇ ਸਿੱਖ ਸਨ ਜਿਨ੍ਹਾਂ ਨੇ ਮਹਾਰਾਜ ਆਪ ਜੀ ਦੀ ਇੱਕ ਆਵਾਜ਼ ਦੇ ਉੱਤੇ ਉੱਠ ਕੇ ਸੀਸ ਭੇਟ ਕਰ ਦਿੱਤਾ, ਅਤੇ ਜਿਨ੍ਹਾਂ ਨੂੰ ਆਪ ਜੀ ਨੇ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਅਤੇ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਬਖਸ਼ੀ। ਕਿੰਨੇ ਵੱਡੇ ਭਾਗਾਂ ਵਾਲੇ ਭਾਈ ਦਇਆ ਸਿੰਘ ਜੀ, ਜਿਨ੍ਹਾਂ ਨੂੰ ਮਹਾਰਾਜ ਨੇ ਆਖਿਆ ਦਇਆ ਸਿੰਘ ਮਮ ਰੂਪ ਉਦਾਰਾ, ਮੇਰਾ ਸ੍ਰੇਸ਼ਟ ਸਰੂਪ ਹੈ ਭਾਈ ਦਇਆ ਸਿੰਘ। ਮਹਾਰਾਜ ਸੱਚੇ ਪਾਤਸ਼ਾਹ ਉਹ ਤਾਂ ਆਪ ਜੀ ਦੇ ਸੱਚੇ ਸੁੱਚੇ ਸਿੱਖ ਸਨ, ਪਰ ਅਸੀਂ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਸੱਚੇ ਸੁੱਚੇ ਸਿੱਖ ਨਾ ਸਹੀ, ਨਾਮ ਧਾਰੀਕ ਸਿੱਖ ਤਾਂ ਹੈਗੇ ਹੀ ਆ ਨਾ। ਜ਼ਿੰਮੇਵਾਰੀ ਤਾਂ ਤੁਹਾਡੀ ਲੱਗਦੀ ਹੈ ਨਾ ਵੀ ਅਸੀਂ ਗੁਰੂ ਕੇ ਸਿੱਖ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਹੇ ਕਲਗੀਧਰ ਪਾਤਸ਼ਾਹ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਹੈ, ਬੇਨਤੀ ਹੈ, ਮਿੰਨਤ ਹੈ, ਤਰਲਾ ਹੈ, ਆਪ ਜੀ ਕਿਰਪਾ ਕਰੋ। ਆਪ ਜੀ ਆਪ ਕਿਰਪਾ ਕਰਕੇ ਜੋ ਇਹ ਬ੍ਰਹਮ ਵਿਦਿਆ ਦੇ ਵਾਕ ਹਨ, ਬ੍ਰਹਮ ਵਿਦਿਆ ਦੇ ਬਚਨ ਹਨ, ਇਹ ਸੰਗਤਾਂ ਦੇ ਵਿੱਚ ਕਹਿਣ ਦੀ ਸਮਰੱਥਾ ਬਖਸ਼ੋ, ਅਤੇ ਗੁਰੂ ਕੀਆਂ ਸੰਗਤਾਂ ਨੂੰ ਸੁਣ ਕੇ ਸਮਝਣ ਦੀ ਸਮਰੱਥਾ ਆਪ ਹੀ ਪ੍ਰਦਾਨ ਕਰੋ। ਇਹਨਾਂ ਅਰਦਾਸਾਂ ਬੇਨਤੀਆਂ ਨੂੰ ਕਰਦੇ ਹੋਏ ਆਓ ਆਪਾਂ ਅੱਗੇ, ਜਿਵੇਂ ਗੁਰੂ ਕਾ ਇਤਿਹਾਸ ਆ ਰਿਹਾ ਹੈ, ਕਿਉਂਕਿ ਇਹਦੇ ਵਿੱਚ ਕੋਈ ਸਾਖੀਆਂ ਨਹੀਂ ਹੈ, ਕਹਾਣੀਆਂ ਨਹੀਂ ਹੈ, ਨਿਰੋਲ ਬ੍ਰਹਮ ਗਿਆਨ ਦੇ
ਬਚਨ ਹਨ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਆਪ ਸਮਤ ਬਖਸ਼ਿਸ਼ ਕਰਨ। ਆਪਾਂ ਪਿਆਰ ਦੇ ਨਾਲ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਆ ਸਾਮੇ ਅਵਸਥਾ ਜਿਤਾ ਪਾਸ ਦੇ ਭਈ ਵਿਕਾਰ ਅਵਸਥਾ ਸੋਏ। ਹਾਂ, ਜੋ ਪਿਛਲਾ ਪ੍ਰਕਰਨ ਚੱਲ ਰਿਹਾ ਸੀ ਤ੍ਰੈ ਗੁਣਾਤਮਕ ਮਾਇਆ ਦੀ ਗੱਲ ਭਾਈ ਸਾਹਿਬ ਜੀ ਨੇ ਦੱਸੀ ਆ। ਮਾਇਆ ਦਾ ਸਰੂਪ ਵਰਣਨ ਕੀਤਾ ਹੈ ਕਿ ਜਦੋਂ ਰਜੋ ਤਮੋ ਅਤੇ ਸਤੋ ਸ਼ੁੱਧ ਗੁਣ ਹੁੰਦੇ ਹੈ, ਬਰਾਬਰ ਹੁੰਦੇ ਹੈ, ਚੇਤਨ ਦਾ ਆਭਾਸ ਪੈ ਰਿਹਾ ਹੁੰਦਾ ਇਹਨਾਂ ਵਿੱਚ, ਤਾਂ ਉਸ ਵੇਲੇ ਕਹਿੰਦੇ ਸਾਮਿਆ ਅਵਸਥਾ ਹੈ। ਅਤੇ ਇਸੇ ਪ੍ਰਕਾਰ ਜਦੋਂ ਪ੍ਰਿਥਕ ਪ੍ਰਿਥਕ ਵੱਖਰੇ ਵੱਖਰੇ ਹੋ ਜਾਂਦੇ ਆ ਇਹ ਗੁਣ, ਆਪਣੀ ਸ਼ੁੱਧਤਾ ਨੂੰ ਗਵਾ ਲੈਂਦੇ ਹੈ, ਸ਼ੁੱਧ ਰੂਪ ਦੇ ਵਿੱਚ ਇਕੱਠੇ ਨਹੀਂ ਵੱਖੋ ਵੱਖਰੇ ਹੋ ਗਏ, ਤਾਂ ਕਹਿੰਦੇ ਉਸ ਵੇਲੇ ਇਹ ਵਿਕਾਰ ਅਵਸਥਾ ਹੋ ਜਾਂਦੀ ਹੈ। ਸਤ ਗੁਣ, ਰਜ ਗੁਣ ਅਤੇ ਤਮ ਗੁਣ ਜਦੋਂ ਇਹ ਸ਼ੁੱਧ ਅਸ਼ੁੱਧ ਹੋ ਜਾਂਦੇ ਹੈ, ਜਿਹਦੇ ਵਿੱਚ ਜਿਹੜਾ ਸਤੋ ਗੁਣ ਸ਼ੁੱਧ ਹੈ ਅਤੇ ਰਜੋ ਅਤੇ ਤਮੋ ਦੀ ਜਿਹੜੀ ਇਹਦੇ ਵਿੱਚ ਸ਼ਮੂਲੀਅਤ ਹੈ ਉਹ ਮਲਿਨ ਹੈ, ਅਸ਼ੁੱਧ ਹੈ। ਅਤੇ ਹੈ ਉੱਥੇ ਵੀ ਇਹ ਬ੍ਰਹਮ ਦੇ ਆਭਾਸ ਦੇ ਸਹਿਤ, ਚਿਤਾ ਆਭਾਸ ਦੇ ਸਹਿਤ ਉਸ ਵੇਲੇ ਇਹ ਪ੍ਰਧਾਨ ਮਾਇਆ ਹੈ। ਅਤੇ ਕਹਿੰਦੇ ਐਸਾ ਜਿਹੜਾ ਸਰੂਪ ਹੈ ਮਾਇਆ ਦਾ, ਕਹਿੰਦੇ ਇਹਨੂੰ ਹਿਰਦੇ ਵਿੱਚ ਸਮਝੋ ਅਤੇ ਅੱਗੇ ਸਮਝਾਓ। ਅਤੇ ਅੱਗੇ ਕਹਿ ਰਿਹਾ ਕਿ ਸਾਮਿਆ ਅਵਸਥਾ ਚਿਦਾ ਭਾਸਲੇ ਭਈ ਵਿਕਾਰ ਅਵਸਥਾ ਸੋਈ। ਕਹਿੰਦੇ ਹੈ ਉਹੀ ਸਾਮਿਆ ਅਵਸਥਾ ਹੀ ਇਹ ਤ੍ਰੈ ਗੁਣਾਂ ਦੇ ਸਹਿਤ ਹੈ, ਚੇਤਨ ਦਾ ਆਭਾਸ ਵੀ ਪੈ ਰਿਹਾ। ਪਰ ਜਦੋਂ ਕਹਿੰਦੇ ਇਹਦੇ ਵਿੱਚ ਇਹ ਗੜਬੜ ਹੋ ਗਈ ਵੀ ਇਹ ਮਲਿਨ ਹੋ ਗਏ ਵਿੱਚ ਜਿਹੜੇ ਤੱਤ ਦੋ ਹੈ, ਦੋ ਜਿਹੜੇ ਗੁਣ ਹੈ, ਕਹਿੰਦੇ ਉਸ ਵੇਲੇ ਇਹੀ ਅਵਸਥਾ ਦਾ ਬਦਲਵਾਂ ਰੂਪ ਹੋ ਗਿਆ। ਉਸ ਵੇਲੇ ਕਹਿੰਦੇ ਇਹਨੂੰ ਵਿਕਾਰ ਅਵਸਥਾ ਕਹਿੰਦੇ ਹਨ। ਹਾਂ, ਫਿਰ ਕਹਿੰਦੇ ਜਿੱਥੇ ਸ਼ੁੱਧ ਸਤੋਮਈ ਗੁਣ ਹੈ, ਸ਼ੁੱਧ ਸਤੋਮਈ ਹੈ, ਔਰ ਸ਼ੁੱਧ ਸਤਵ ਲੈ ਮਾਇਆ ਜਿਮ ਪਈ। ਸ਼ੁੱਧ ਸਤੋ ਗੁਣ ਨੂੰ ਲੈ ਕੇ ਜਿਹੜੀ ਮਾਇਆ ਬਣ ਗਈ, ਔਰ ਮਲਨ ਸਤਵ ਮੁੱਖ ਤ੍ਰੈ ਗੁਣ ਜੋਏ। ਅਤੇ ਜਿਹਦੇ ਵਿੱਚ ਕਹਿੰਦੇ ਫਿਰ ਇਹ ਮਲਨ ਇਹਨਾਂ ਦਾ ਸਰੂਪ ਹੋ ਗਿਆ। ਸ਼ੁੱਧ ਸਤੋ ਗੁਣ ਦੇ ਨਾਲ ਇਹ ਜਿਹੜੇ ਤ੍ਰੈ ਗੁਣ ਹੈ, ਤਿੰਨੇ ਗੁਣ ਹੈ, ਰਜੋ ਗੁਣ, ਤਮੋ ਗੁਣ ਅਤੇ ਸਤੋ ਗੁਣ, ਇਹਨਾਂ ਦੇ ਵਿੱਚ ਮਲਿਨਤਾ ਆ ਗਈ। ਕਹਿੰਦੇ ਉਸ ਵੇਲੇ ਕਹਿੰਦੇ ਫਿਰ ਇਹਦਾ ਸਰੂਪ ਬਦਲ ਗਿਆ। ਹੈ ਮਾਇਆ ਦਾ ਹੀ ਸਰੂਪ, ਪਰ ਉਸ ਵੇਲੇ ਇਹਨੂੰ ਅਵਿਦਿਆ ਕਿਹਾ ਜਾਂਦਾ ਹੈ। ਅਵਿਦਿਆ, ਕਿਉਂਕਿ ਅਗਲਾ ਸਵਾਲ ਸੀ ਨਾ, ਪਹਿਲਾ ਸਵਾਲ ਸੀ ਵੀ ਅਗਿਆਨ ਕੀ ਹੈ, ਦੂਜਾ ਸੀ ਮਾਇਆ ਕੀ ਹੈ, ਅਤੇ ਤੀਜਾ ਸਵਾਲ ਸੀ ਅਵਿਦਿਆ ਕੀ ਹੈ। ਹੁਣ ਅਵਿਦਿਆ ਦਾ ਵਰਣਨ ਕਰਦੇ ਹੈ, ਕਿਉਂਕਿ ਜਦੋਂ ਸ਼ੁੱਧ ਸਤੋਮਈ ਗੁਣਾਂ ਦੇ ਸਹਿਤ ਇਹ ਤਿੰਨੇ ਗੁਣ ਹੁੰਦੇ ਹੈ ਅਤੇ ਇਹਦੇ ਵਿੱਚ ਚੇਤਨ ਦਾ ਆਭਾਸ ਪੈਂਦਾ ਹੈ, ਉਸ ਵੇਲੇ ਕਹਿੰਦੇ ਇਹ ਈਸ਼ਰ ਹੁੰਦਾ, ਈਸ਼ਰ ਹੋ ਜਾਂਦਾ ਮਾਇਆ ਦਾ ਸਰੂਪ ਜਿਹੜਾ। ਕਿਉਂਕਿ ਤਮੋ ਅਤੇ ਰਜੋ ਗੁਣ ਨੂੰ ਉੱਥੇ ਦਬਾ ਕੇ ਰੱਖਿਆ ਜਾਂਦਾ ਹੈ, ਸ਼ੁੱਧ ਸਤੋ ਗੁਣ ਦੀ ਪ੍ਰਧਾਨਤਾ ਹੁੰਦੀ ਹੈ, ਅਤੇ ਈਸ਼ਰ ਦੇ ਵਿੱਚ ਆਪਣੇ ਸਰੂਪ ਨੂੰ ਭੁੱਲ ਜਾਣ ਦਾ ਖਦਸ਼ਾ ਨਹੀਂ ਹੁੰਦਾ, ਆਪਣੇ ਸਰੂਪ ਦੀ ਉਹਨੂੰ ਲਖਤਾ ਰਹਿੰਦੀ ਹੈ। ਔਰ ਜਦੋਂ ਇਹ ਜਿਹੜੇ ਗੁਣ ਹੈ ਮਲਿਨ ਰੂਪ ਦੇ ਵਿੱਚ ਹੁਣ ਵਿਕਾਰ ਅਵਸਥਾ ਦੇ ਵਿੱਚ ਹੁੰਦੇ ਹੈ, ਅਤੇ ਉਸ ਵੇਲੇ ਜਿਹੜਾ ਜੀਵ ਹੈ ਆਪਣੇ ਆਤਮਾ ਨੂੰ ਭੁੱਲ ਕੇ ਇਹ ਦੇਹ ਨੂੰ, ਇਹ ਸਰੀਰ ਨੂੰ ਹੀ ਇਹ ਸਭ ਕੁਝ ਸਮਝਣ ਲੱਗ ਪੈਂਦਾ ਵੀ ਇਹੀ ਮੈਂ ਹਾਂ। ਆਤਮਾ ਨੂੰ ਭੁੱਲ ਜਾਂਦਾ, ਸਰੀਰ ਨੂੰ ਸਮਝਣ ਲੱਗ ਜਾਂਦਾ ਵੀ ਇਹ ਸਰੀਰ ਹੀ ਸਭ ਕੁਝ ਹੈ, ਇਹ ਸਰੀਰ ਮੈਂ ਹਾਂ, ਇਹ ਮੇਰਾ ਹੈ। ਸੋ ਇਹਨੂੰ ਇਉਂ ਸਮਝ ਲਓ ਵੀ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਛੱਪੜ ਹੁੰਦੇ ਆ, ਹੁਣ ਵੀ ਹੈਗੇ, ਪੁਰਾਣੇ ਸਮਿਆਂ ਦੇ ਵਿੱਚ ਬਹੁਤ ਵੱਡੇ ਵੱਡੇ ਛੱਪੜ ਹੁੰਦੇ ਸੀ, 2-2 3-3 ਛੱਪੜ ਇੱਕ ਪਿੰਡ ਦੇ ਵਿੱਚ। ਅਤੇ ਉਹਨਾਂ ਛੱਪੜਾਂ ਦੇ ਵਿੱਚ ਪਾਣੀ ਦੇ ਉੱਤੇ ਇੱਕੋ ਹਰੇ ਜਿਹੇ ਰੰਗ ਦਾ ਬੂਰ ਜਿਹਾ ਜੰਮ ਜਾਂਦਾ ਹੁੰਦਾ ਸੀ, ਤੁਸੀਂ ਵੇਖਿਆ ਹੋਣਾ ਸਾਰਿਆਂ ਨੇ। ਅਤੇ ਉਹ ਬੂਰ ਜਿਹਾ ਜੰਮਦਾ ਜੰਮਦਾ ਹੌਲੀ ਹੌਲੀ ਸਾਰੇ ਪਾਣੀ ਨੂੰ ਢੱਕ ਲੈਂਦਾ ਸੀ, ਸਾਰੇ ਛੱਪੜ ਨੂੰ ਢੱਕ ਲੈਂਦਾ ਸੀ। ਹੁਣ ਜੇ ਆਪਾਂ ਕੋਈ ਬੰਦਾ ਇਹ ਕਹੇ
ਵੀ ਇਹ ਤਾਂ ਇਕੱਲਾ ਬੋਰ ਹੀ ਹੈ, ਇਹਦੇ ਹੇਠਾਂ ਪਾਣੀ ਨਹੀਂ ਹੈ, ਤਾਂ ਉਹ ਵੀ ਗਲਤ ਗੱਲ ਹੈ, ਕਿਉਂਕਿ ਪਾਣੀ ਦੇ ਆਸਰੇ ਤਾਂ ਉਹ ਖੜਾ ਹੈ। ਇਸੇ ਤਰ੍ਹਾਂ ਬ੍ਰਹਮ ਚੇਤਨ ਦੇ ਆਸਰੇ ਹੀ ਇਹ ਅਗਿਆਨ, ਇਹ ਮਾਇਆ ਖੜੀ ਹੈ। ਇਹਦੇ ਵਿੱਚ ਬ੍ਰਹਮ ਚੇਤਨ ਦੀ ਅੰਸ਼ ਵੀ ਹੈ, ਪਰ ਇਹ ਆਪਣਾ ਵੱਖਰਾ ਸਰੂਪ ਵੀ ਜਣਾ ਰਹੀ ਹੈ। ਬ੍ਰਹਮ ਤੋਂ ਵੱਖਰਾ ਆਪਣਾ ਮਾਇਆ ਸਰੂਪ ਇਹ ਜਣਾ ਰਹੀ ਹੈ, ਕਿਉਂਕਿ ਤ੍ਰੈ ਗੁਣਾਂ ਦੇ ਸਹਿਤ ਹੈ। ਸੋ ਉਹ ਜਿਵੇਂ ਕਹਿੰਦੇ ਸਾਰੇ ਛੱਪੜ ਦੇ ਉੱਤੇ ਉਹ ਬੂਰ, ਉਹ ਕਾਈ ਜੀ ਜੰਮ ਜਾਂਦੀ ਆ ਪਾਣੀ ਦੇ ਉੱਤੇ, ਅਤੇ ਇਸੇ ਤਰ੍ਹਾਂ ਕਹਿੰਦੇ ਇਹ ਮਾਇਆ ਦਾ ਜਿਹੜਾ ਵੱਖਰਾ ਰੂਪ ਹੋ ਜਾਂਦਾ ਹੈ, ਆਪਣੇ ਆਪ ਨੂੰ ਵੱਖਰਾ ਸਮਝਣ ਲੱਗ ਪੈਂਦੀ ਹੈ ਮਾਇਆ ਅਗਿਆਨਤਾ ਦੇ ਵਿੱਚ ਆ ਕੇ। ਇਸੇ ਨੂੰ ਹੀ ਅਗਿਆਨਤਾ ਕਹਿੰਦੇ ਆ, ਅਵਿਦਿਆ ਕਹਿੰਦੇ ਆ, ਇਹੀ ਮਾਇਆ ਦਾ ਗੁਣ ਹੈ। ਸੋ ਕਹਿੰਦੇ ਜਿਹੜੀ ਇਹ ਤਿਸ ਕੋ ਲਏ ਅਵਿਦਿਆ ਜਾਨੋ ਗੁਰ ਉਪਦੇਸ਼ ਵਿਨਾਸੀ ਹੋਏ। ਕਹਿੰਦੇ ਸ਼ੁੱਧ ਸਤੋ ਗੁਣ ਨੂੰ ਲੈ ਕੇ ਜਿਹੜੀ ਮਾਇਆ ਇਹ ਮਲਨ ਰੂਪ ਦੇ ਵਿੱਚ ਜਦੋਂ ਆ ਜਾਂਦੀ ਹੈ, ਤ੍ਰੈ ਗੁਣ ਜਿਹੜੇ ਇਹਦੇ ਵਿੱਚ ਇਹ ਮੁੱਖ ਰੂਪ ਦੇ ਵਿੱਚ ਹੁੰਦੇ ਆ। ਸ਼ੁੱਧ ਜਿਹੜਾ ਸਤੋ ਗੁਣ ਹੈ ਉਹਦੀ ਅੰਸ਼ ਦਾ ਪ੍ਰਭਾਵ ਘੱਟ ਹੁੰਦਾ, ਜਿਹੜੇ ਰਜੋ ਅਤੇ ਤਮੋ ਇਹ ਪ੍ਰਮੁੱਖ ਰੂਪ ਦੇ ਵਿੱਚ ਆਉਂਦੇ ਹੈ। ਅਤੇ ਕਹਿੰਦੇ ਇਸੇ ਨੂੰ ਉਸ ਵੇਲੇ ਕਹਿੰਦੇ ਅਵਿਦਿਆ ਜਾਣੋ। ਉਦੋਂ ਕਹਿੰਦੇ ਇਹ ਅਵਿਦਿਆ ਹੈ, ਕਹਿੰਦੇ ਕਿਉਂਕਿ ਇਹਨੂੰ ਆਪਣਾ ਆਪਾ ਭੁੱਲ ਜਾਂਦਾ ਹੈ, ਜਿਹਨੂੰ ਆਪਾਂ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਮੂਲ ਨੂੰ ਬ੍ਰਹਮ ਨੂੰ ਭੁੱਲ ਕੇ ਇਹਦਾ ਆਪਣਾ ਵੱਖਰਾਪਣ ਪ੍ਰਤੀਤ ਹੋ ਜਾਣਾ, ਇਹਨੂੰ ਕਹਿੰਦੇ ਅਵਿਦਿਆ ਕਹਿੰਦੇ ਆ। ਅਤੇ ਕਹਿੰਦੇ ਇਹ ਅਵਿਦਿਆ ਜਿਹੜੀ ਇਹਦਾ ਵਿਨਾਸ਼ ਕਿਵੇਂ ਹੁੰਦਾ, ਫਿਰ ਇਹ ਖਤਮ ਕਿਵੇਂ ਹੁੰਦੀ ਹੈ? ਕਿਉਂਕਿ ਅਵਿਦਿਆ ਦਾ ਵਿਨਾਸ਼ ਵਿਦਿਆ ਨਾਲ ਹੋਣਾ, ਅਤੇ ਉਹ ਵਿਦਿਆ ਕੀ ਹੈ? ਹੁਣ ਅਵਿਦਿਆ ਅਤੇ ਵਿਦਿਆ ਦੋਵਾਂ ਦਾ ਵਰਣਨ ਕਰ ਰਹੇ ਹੈ। ਕਹਿੰਦੇ ਜਿੱਥੇ ਇਹ ਤ੍ਰੈ ਗੁਣ ਹੀ ਮੁੱਖ ਰੂਪ ਦੇ ਵਿੱਚ ਹੋ ਜਾਂਦੇ ਆ, ਚੇਤਨ ਦਾ ਆਭਾਸ ਜਿਹੜਾ ਪੈ ਰਿਹਾ ਉਹ ਲੁਪਤ ਹੋ ਜਾਂਦਾ ਹੈ, ਆਪਣੇ ਦੇਹ ਨੂੰ ਹੀ ਸਭ ਕੁਝ ਸਤ ਮੰਨਣ ਲੱਗ ਪੈਂਦਾ, ਉਹ ਅਵਿਦਿਆ ਹੈ, ਮਾਇਆ ਦੇ ਪ੍ਰਭਾਵ ਦੇ ਅਧੀਨ। ਅਤੇ ਕਹਿੰਦੇ ਇਹ ਜਿਹੜੀ ਅਵਿਦਿਆ ਨਾ ਗੁਰ ਉਪਦੇਸ਼ ਵਿਨਾਸੀ ਹੋਏ। ਜਦੋਂ ਗੁਰੂ ਦਾ ਉਪਦੇਸ਼, ਗੁਰੂ ਕਾ ਸਿੱਖ ਐਨ ਤਕੜਾ ਹੋ ਕੇ ਕਮਾਉਂਦਾ ਹੈ ਚੜ੍ਹਦੀ ਕਲਾ ਦੇ ਨਾਲ, ਗੁਰੂ ਦੇ ਉਪਦੇਸ਼ ਨੂੰ ਪਹਿਲਾਂ ਸੁਣਨਾ, ਫਿਰ ਮੰਨਣਾ, ਮੰਨ ਕੇ ਉਹਨੂੰ ਹਿਰਦੇ ਵਿੱਚ ਧਾਰਨ ਕਰਨਾ, ਜੀਵਨ ਦੇ ਵਿੱਚ ਅਪਣਾਉਣਾ, ਫਿਰ ਕਹਿੰਦੇ ਇਹ ਅਵਿਦਿਆ ਦਾ ਨਾਸ਼ ਹੁੰਦਾ ਹੈ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਫਿਰ ਕਹਿੰਦੇ ਸਾਡੇ ਮਨਾਂ ਦੇ ਵਿੱਚ ਪ੍ਰਕਾਸ਼ ਹੋ ਜਾਂਦਾ ਹੈ, ਚਾਨਣਾ ਹੋ ਜਾਂਦਾ ਗਿਆਨ ਦਾ, ਅਵਿਦਿਆ ਦੂਰ ਹੋ ਜਾਂਦੀ ਹੈ ਜਦੋਂ ਗੁਰੂ ਉਪਦੇਸ਼ ਨੂੰ ਕਮਾਉਂਦੇ ਆ, ਕਿਉਂਕਿ ਗੁਰੂ ਦਾ ਉਪਦੇਸ਼ ਇਹ ਪ੍ਰਕਾਸ਼ ਹੈ। ਅਤੇ ਪ੍ਰਗਾਸ ਜਿਹੜਾ ਸ਼ਬਦ ਆ ਨਾ ਗੁਰਮੁਖ ਪਿਆਰਿਓ, ਇਹ ਦੋ ਸ਼ਬਦਾਂ ਨੂੰ ਮਿਲਾ ਕੇ ਬਣਿਆ, ਪਰ ਅਤੇ ਗਾਸ। ਦੋਵੇਂ ਵੱਖਰੀਆਂ ਵੱਖਰੀਆਂ ਭਾਸ਼ਾਵਾਂ ਦੇ ਸ਼ਬਦ ਹੈ। ਪਰ ਨਾਮ ਹੈ ਵਿਸ਼ੇਸ਼ ਕਰਕੇ, ਅਤੇ ਗਾਸ ਨਾਮ ਹੈ ਚਾਨਣੇ ਦਾ। ਵਿਸ਼ੇਸ਼ ਕਰਕੇ ਚਾਨਣਾ ਕਦੋਂ ਹੁੰਦਾ ਹੈ? ਜਦੋਂ ਗੁਰੂ ਕੀ ਬਾਣੀ ਨੂੰ ਵਿਚਾਰਦੇ ਹਾਂ। ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਜਿੰਨੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ, ਇਹ ਗੁਰ ਉਪਦੇਸ਼ ਹੈ। ਐਸੇ ਗੁਰ ਉਪਦੇਸ਼ ਨੂੰ ਜਦੋਂ ਕਮਾਵਾਂਗੇ, ਐਸੇ ਗੁਰ ਉਪਦੇਸ਼ ਦੇ ਚਾਨਣੇ ਦੇ ਨਾਲ, ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੈ ਮਨ ਆਏ। ਜਿਨ੍ਹਾਂ ਕਰਮਾਂ ਵਾਲਿਆਂ ਨੇ, ਜਿਨ੍ਹਾਂ ਭਾਗਾਂ ਵਾਲਿਆਂ ਨੇ, ਜਾਂ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਦਾ ਕਰਮ ਹੋਇਆ, ਨਦਰ ਹੋ ਗਈ, ਇਸ ਗੁਰਬਾਣੀ ਨੂੰ ਪੜ੍ਹਿਆ, ਸੁਣਿਆ, ਮੰਨਿਆ, ਕਮਾਇਆ, ਫਿਰ ਕਹਿੰਦੇ ਇਹ ਗੁਰ ਉਪਦੇਸ਼ ਨੂੰ ਕਮਾਉਣ ਦੇ ਨਾਲ ਇਹ ਜਿਹੜੀ ਅਵਿਦਿਆ ਹੈ ਉਹਦਾ ਨਾਸ਼ ਹੋ ਜਾਂਦਾ ਹੈ। ਅਤੇ ਸਤਿਗੁਰੂ ਦਾ ਬਚਨ ਵੀ ਹੈ ਸਾਨੂੰ, ਪੂਰੇ ਗੁਰ ਕਾ ਸੁਨ ਉਪਦੇਸ਼, ਪੂਰੇ ਗੁਰੂ ਦਾ ਉਪਦੇਸ਼ ਸੁਣ। ਔਰ ਪੂਰੇ ਗੁਰੂ ਦੇ ਉਪਦੇਸ਼ ਨੂੰ ਸਿਰਫ ਸੁਣ ਕੇ ਨਹੀਂ ਛੱਡ ਦੇਣਾ, ਇਹ ਨਹੀਂ ਵੀ ਇੱਕ ਕੰਨ ਦੇ ਰਾਹੀਂ ਸੁਣਿਆ, ਦੂਜੇ ਕੰਨ ਦੇ ਰਾਹੀਂ ਬਾਹਰ ਨਿਕਲ ਗਿਆ। ਜਿਵੇਂ ਕਬੀਰ ਸਾਹਿਬ ਜੀ ਦਾ ਵਚਨ ਆਉਂਦਾ ਹੈ, ਕਬੀਰ ਸਾਚਾ ਸਤਿਗੁਰ ਕਿਆ ਕਰੈ, ਜਾਓ ਸਿੱਖਾ ਮੈਂ ਚੂਕ, ਅੰਧੇ ਏਕ ਨਾ ਲਾਗਈ, ਜਿਉ ਬਾਂਸ ਵਜਾਈਐ ਫੂਕ। ਉਹ ਬਾਂਸ ਵਾਂਗੂ ਖੋਖਲਾ ਨਾ, ਸਾਡਾ ਖੋਖਲਾਪਣ ਨਾ ਹੋਵੇ ਸਾਡਾ ਹਿਰਦੇ ਦਾ, ਵੀ ਇੱਕ ਕੰਨ ਰਾਹੀਂ ਸੁਣਿਆ, ਦੂਜੇ ਰਾਹੀਂ ਕੱਢ ਦਿੱਤਾ। ਇਹ ਜਿਹੜਾ ਗੁਰ ਉਪਦੇਸ਼ ਹੈ ਉਹਦੇ ਨਾਲ ਵਿਨਾਸ਼ ਕਿਵੇਂ ਹੁੰਦਾ ਅਵਿਦਿਆ ਦਾ? ਕਹਿੰਦੇ ਸੁਣ ਉਪਦੇਸ਼ ਹਿਰਦੈ ਵਸਾ। ਇਸ ਉਪਦੇਸ਼ ਨੂੰ ਸੁਣ ਕੇ ਹਿਰਦੇ ਦੇ ਵਿੱਚ ਵਸਾਉਣਾ ਚਾਹੀਦਾ ਹੈ। ਜਦੋਂ ਹਿਰਦੇ ਦੇ ਵਿੱਚ ਵਸ ਗਿਆ ਤੇ ਫਿਰ ਕਹਿੰਦੇ ਮਨ ਇੱਛੇ ਨਾਨਕ ਫਲ ਪਾਵੋ। ਫਿਰ ਗੁਰੂ ਕਾ ਸਿੱਖ ਮਨ ਇੱਛਤ
ਜਿਹੜੇ ਫਲ ਹੈ ਉਹਨਾਂ ਦੀ ਪ੍ਰਾਪਤੀ ਕਰ ਲੈਂਦਾ ਹੈ, ਗੁਰੂ ਦੀ ਕਿਰਪਾ ਨੂੰ ਪ੍ਰਾਪਤ ਕਰ ਲੈਂਦਾ ਹੈ। ਸੋ ਇਸ ਪ੍ਰਕਾਰ ਕਹਿੰਦੇ ਗੁਰੂ ਦੇ ਉਪਦੇਸ਼ ਨੂੰ ਪੜ੍ਹਨ ਸੁਣਨ ਕਮਾਉਣ ਦੇ ਨਾਲ ਇਹ ਅਵਿਦਿਆ ਦਾ ਨਾਸ਼ ਹੋ ਜਾਂਦਾ ਹੈ। ਹਾਂ, ਕਹਿੰਦੇ ਜੇ ਸਾਡੇ ਅੰਤःਕਰਣ ਦੇ ਵਿੱਚ ਜੋ ਮਨ ਬੁੱਧ ਚਿੱਤ ਹੰਕਾਰ ਚਾਰਾਂ ਦਾ ਸਮੁਦਾਇ ਹੈ, ਸੋ ਇਸ ਅੰਤःਕਰਣ ਦੇ ਵਿੱਚ ਕਹਿੰਦੇ ਜਦੋਂ ਬਿਰਤੀ ਉਪਜ ਜਾਂਦੀ ਹੈ, ਕਿਹੜੀ ਬਿਰਤੀ? ਅਹੰ ਬ੍ਰਹਮਾਸਮ ਦੀ। ਜਦੋਂ ਕਹਿੰਦੇ ਜਿਹੜੀ ਅੰਤःਕਰਣ ਦੇ ਵਿੱਚ ਅਹੰ ਬ੍ਰਹਮਾਸਮ ਦੀ ਜਿਹੜੀ ਬਿਰਤੀ ਉਪਜ ਜਾਂਦੀ ਹੈ, ਪੈਦਾ ਹੋ ਜਾਂਦੀ ਹੈ, ਤੇ ਫਿਰ ਕਹਿੰਦੇ ਦਵੈਤ ਨਾ ਕੋਈ, ਉੱਥੇ ਦਵੈਤ ਨਹੀਂ ਰਹਿੰਦੀ, ਕੋਈ ਦੂਜਾ ਭਾਵ ਨਹੀਂ ਰਹਿੰਦਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਫਿਰ ਕਹਿੰਦੇ ਸਾਰੇ ਪਾਸੇ ਉਹ ਪ੍ਰਮਾਤਮਾ ਦਾ ਹੀ ਨੂਰ ਨਜ਼ਰ ਆਉਣ ਲੱਗ ਪੈਂਦਾ। ਫਿਰ ਦੂਜਾ ਦਵੈਤ ਭਾਵ ਖਤਮ ਹੋ ਜਾਂਦੀ ਹੈ ਜਦੋਂ ਅਹੰ ਬ੍ਰਹਮਾਸਮ ਦੀ ਜਿਹੜੀ ਬਿਰਤੀ। ਅਹੰ ਬ੍ਰਹਮਾਸਮ ਕੀ ਹੈ? ਇਹ ਵੇਦ ਦਾ ਇੱਕ ਵਾਕ ਹੈ, ਕਿਉਂਕਿ ਵੇਦਾਂ ਦੇ 4 ਵੇਦ ਹੋਏ ਹੈ, ਸਾਮ ਵੇਦ, ਰਿਗ ਵੇਦ, ਯੁਜਰ ਵੇਦ ਅਤੇ ਅਥਰਵਣ ਵੇਦ। ਔਰ ਚਾਰਾਂ ਵੇਦਾਂ ਦੇ 4 ਮਹਾਵਾਕ ਹੈ। ਸ਼ਲੋਕ ਤਾਂ ਉਹਨਾਂ ਵਿੱਚ ਬਹੁਤ ਅੱਗੇ, ਪਰ ਜਿਹੜੇ ਬ੍ਰਹਮਾ ਜੀ ਨੇ ਉਚਾਰਨ ਕੀਤੇ ਹੋਏ ਮੰਨੇ ਜਾਂਦੇ ਆ ਵੀ 4 ਮਹਾਵਾਕ ਹੈ, ਉਹ ਮੁੱਖ ਰੂਪ ਦੇ ਵਿੱਚ 4 ਹੀ ਸ਼ਲੋਕ ਹੈ, ਅਤੇ ਉਹਨਾਂ ਦਾ ਅੱਗੇ ਰਿਖੀਆਂ ਮੁਨੀਆਂ ਨੇ ਹੋਰ ਵਿਸਥਾਰ ਕੀਤਾ ਹੈ। ਸੋ ਇੱਕ ਇੱਕ ਦਾ ਅੱਗੇ ਹਜ਼ਾਰ ਸ਼ਲੋਕ ਉਚਾਰਨ ਕਰਕੇ ਉਹਨਾਂ ਨੇ ਵਿਸਥਾਰ ਕਰ ਦਿੱਤਾ, ਡਿਟੇਲ ਦੇ ਵਿੱਚ ਵਰਣਨ ਕਰ ਦਿੱਤਾ। ਸੋ ਉਹ ਵੇਦ ਦੇ ਜਿਹੜੇ 4000 ਸ਼ਲੋਕ ਹੋ ਗਏ ਚਾਰਾਂ ਵੇਦਾਂ ਦੇ, ਅਤੇ ਇਹ ਜਿਹੜੇ ਵੇਦਾਂ ਦੇ ਸ਼ਲੋਕ ਹੈ ਇਹਨਾਂ ਨੂੰ ਬਾਅਦ ਦੇ ਵਿੱਚ ਫਿਰ ਵੱਖਰੇ ਵੱਖਰੇ ਕਾਂਡਾਂ ਦੇ ਵਿੱਚ ਵੰਡਿਆ ਗਿਆ। ਸੋ ਉਹਦੇ ਵਿੱਚੋਂ ਕਹਿੰਦੇ ਜਿਹੜਾ ਇਹ ਅਹੰ ਬ੍ਰਹਮਾਸਮੀ ਹੈ, ਇਹਦਾ ਮਤਲਬ ਹੈ ਕਿ ਮੈਂ ਹੀ ਬ੍ਰਹਮ ਹਾਂ, ਮੇਰਾ ਸਰੂਪ ਉਹ ਬ੍ਰਹਮ ਦਾ ਸਰੂਪ ਹੈ, ਮੇਰਾ ਆਤਮਾ ਜਿਹੜਾ ਉਹ ਪਰਮਾਤਮਾ ਦਾ ਸਰੂਪ ਹੈ। ਉਹਨੂੰ ਅਹੰ ਬ੍ਰਹਮਾਸਮੀ ਕਹਿੰਦੇ ਆ। ਅਹੰ ਬ੍ਰਹਮਾਸਮ ਵਾਲੀ ਜਦੋਂ ਕਹਿੰਦੇ ਬਿਰਤੀ ਜਿਹੜੀ ਅੰਤਸ਼ਕਰਨ ਦੇ ਵਿੱਚ ਉਪਜਦੀ ਹੈ, ਉਸ ਵੇਲੇ ਫਿਰ ਕਹਿੰਦੇ ਕੋਈ ਦਵੈਤ ਨਹੀਂ ਰਹਿੰਦੀ, ਕਿਉਂਕਿ ਜਿਹੜੇ 4 ਮਹਾਵਾਕ ਆ ਨਾ ਵੇਦ ਦੇ, ਉਹ ਸਿਰਫ ਕਹਿਣ ਮਾਤਰ ਹੈ। ਕਿਉਂਕਿ ਸਿਰਫ ਕਹਿਣ ਦੇ ਨਾਲ ਨਹੀਂ ਵੀ ਜੇ ਆਪਾਂ ਕਹਿਤਾ ਮੈਂ ਪਰਮਾਤਮਾ ਦਾ ਸਰੂਪ ਹੈ ਅਤੇ ਆਪਾਂ ਪਰਮਾਤਮਾ ਦਾ ਸਰੂਪ ਹੋ ਗਏ। ਹਾਂ, ਤਾਂ ਸਾਰੇ ਪਰਮਾਤਮਾ ਦਾ ਸਰੂਪ ਹੀ, ਸਾਡਾ ਆਤਮਾ ਜਿਹੜਾ ਪਰਮਾਤਮਾ ਦਾ ਸਰੂਪ ਹੈ, ਪਰ ਇਹਨੂੰ ਜਾਣਨ ਦੇ ਲਈ, ਇਹਨੂੰ ਲਖਣ ਦੇ ਲਈ, ਇਹਨੂੰ ਪ੍ਰਗਟ ਕਰਨ ਦੇ ਲਈ ਫਿਰ ਭਗਤੀ ਸ਼ਕਤੀ ਸਾਧਨਾ ਦੀ ਲੋੜ ਪੈਂਦੀ ਹੈ, ਬਹੁਤ ਮਿਹਨਤ ਦੀ ਲੋੜ ਪੈਂਦੀ ਹੈ। ਕਿਉਂਕਿ ਕਹਿਣ ਮਾਤਰ ਜੇ ਆਪਾਂ ਕਹੀ ਜਾਈਏ ਵੀ ਅਸੀਂ ਪਰਮਾਤਮਾ ਦਾ ਸਰੂਪ ਹਾਂ, ਜਾਂ ਆਪਾਂ ਕਈ ਵਾਰ ਗੱਲ ਕਰਦੇ ਹਾਂ ਵੀ ਪਰਮਾਤਮਾ ਸਾਡੇ ਤੋਂ ਬਾਹਰ ਨਹੀਂ, ਸਾਡੇ ਅੰਦਰ ਹੀ ਵਸਦਾ ਹੈ, ਵੀ ਗੱਲ ਤਾਂ ਠੀਕ ਹੈ, ਅੰਦਰ ਵਸਦਾ ਹੈ। ਜਿਵੇਂ ਸਾਈਂ ਬੁੱਲੇ ਸ਼ਾਹ ਜੀ ਨੇ ਆਖਿਆ ਹੈ ਕਿ ਬੁੱਲਿਆ ਉਹ ਰੱਬ ਤੈਥੋਂ ਵੱਖ ਨਹੀਂ। ਇਹ ਗੱਲ ਉਹਨਾਂ ਦੀ ਬਿਲਕੁਲ ਠੀਕ ਹੈ ਵੀ ਉਹ ਰੱਬ ਪਰਮਾਤਮਾ ਸਾਡੇ ਤੋਂ ਵੱਖਰਾ ਨਹੀਂ, ਸਾਡੇ ਅੰਦਰ ਵਸਦਾ। ਪਰ ਨਾਲ ਉਹਨਾਂ ਨੇ ਇਹ ਵੀ ਕਿਹਾ ਬੁੱਲਿਆ ਉਹ ਰੱਬ ਤੈਥੋਂ ਵੱਖ ਨਹੀਂ, ਪਰ ਤੇਰੀ ਦੇਖਣ ਵਾਲੀ ਅੱਖ ਨਹੀਂ। ਇਹ ਵੀ ਗੱਲ ਸੱਚੀ ਹੈ, ਕਿਉਂਕਿ ਜੇ ਸਿਰਫ ਆਪਾਂ ਕਹਿ ਤਾ ਵੀ ਸਾਡੇ ਅੰਦਰ ਵਸਦਾ ਹੈ, ਅਤੇ ਆਪਾਂ ਉਹਨੂੰ ਜਾਣਾਂਗੇ ਕਿਵੇਂ ਵੀ ਸਾਡੇ ਅੰਦਰ ਵਸਦਾ, ਕਿੱਥੇ ਜੇ ਬੈਠਾ ਹੈ, ਕਿਸ ਸਰੂਪ ਦੇ ਵਿੱਚ ਉਹ ਨਿਵਾਸ ਕਰਦਾ ਹੈ, ਉਹਨੂੰ ਜਾਣਨ ਵਾਸਤੇ ਤਾਂ ਅੱਖ ਚਾਹੀਦੀ ਹੈ ਨਾ। ਅਤੇ ਸਾਈਂ ਬੁੱਲੇ ਸ਼ਾਹ ਜੀ ਕਹਿੰਦੇ ਵੀ ਉਹ ਤੇਰੇ ਕੋਲ ਦੇਖਣ ਵਾਲੀ ਅੱਖ ਨਹੀਂ ਹੈਗੀ। ਅਤੇ ਗੁਰਬਾਣੀ ਵੀ ਕਹਿੰਦੀ ਹੈ ਵੀ ਆਹ ਅੱਖਾਂ ਨਾਲ ਤਾਂ ਵੇਖਿਆ ਨਹੀਂ ਜਾਂਦਾ, ਕਿਉਂਕਿ ਆਹ ਅੱਖਾਂ ਜਿਹੜੀਆਂ ਇਹ ਤਾਂ ਬਾਹਰੀ ਸਰੂਪ ਦੇਖ ਸਕਦੇ ਹਾਂ ਇਕੱਲਾ, ਇਹਨਾਂ ਨਾਲ ਅੰਦਰਲਾ ਤਾਂ ਨਹੀਂ ਵੇਖ ਸਕਦੇ ਨਾ ਵੀ ਆਪਣੇ ਅੰਤਰਾਤਮੇ ਕੀ ਹੈ। ਇਹ ਤਾਂ ਸਿਰਫ ਬਾਹਰੀ ਜਿਹੜਾ ਇਹ ਵੇ ਸੰਸਾਰ ਤੁਮ ਦੇਖਦੇ, ਇਹ ਸੰਸਾਰ ਨੂੰ ਦੇਖ ਸਕਦੇ ਹੈ। ਬਾਹਰ ਮੁਖੀ ਇਹਨਾਂ ਦੀ ਦ੍ਰਿਸ਼ਟੀ ਹੈ, ਅੰਤਰਮੁਖੀ ਦੇਖਣ ਦੇ ਵਾਸਤੇ ਜਾਂ ਅੰਦਰ ਵਸੇ ਹੋਏ ਪਰਮਾਤਮਾ ਨੂੰ ਜਾਂ ਅਹੰ ਬ੍ਰਹਮ ਸਮੀ ਨੂੰ ਦੇਖਣ ਵਾਸਤੇ ਉਹ ਅੱਖਾਂ ਹੋਰ ਹੈ, ਜਿਹਨੂੰ ਗੁਰੂ ਕੀ ਬਾਣੀ ਕਹਿੰਦੀ ਹੈ ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਡਿਸੰਦੋ ਮਾਂ ਪਿਰੀ। ਉਹ ਅੱਖਾਂ ਹੋਰ ਹੈ ਜਿਨ੍ਹਾਂ ਦੇ ਨਾਲ ਉਹ ਪਰਮਾਤਮਾ ਦੀਂਦਾ। ਅਤੇ ਉਹ ਅੱਖਾਂ ਕਿਹੜੀਆਂ, ਉਹ ਨੇਤਰ ਕਿਹੜੇ ਹੈ? ਉਹ ਹੈ ਗਿਆਨ ਦੇ ਨੇਤਰ। ਗਿਆਨ ਦੇ ਨੇਤਰਾਂ ਦੇ ਨਾਲ ਅੰਦਰ ਵਸਦਾ ਹੋਇਆ ਜਿਹੜਾ ਬ੍ਰਹਮ ਹੈ, ਪਾਰ ਬ੍ਰਹਮ ਪਰਮੇਸ਼ਰ ਹੈ, ਜਾਂ ਸਾਡਾ ਜਿਹੜਾ ਆਤਮਾ ਹੈ ਉਹ ਪਰਮਾਤਮਾ ਦਾ ਸਰੂਪ ਕਿਵੇਂ ਹੈ, ਉਹ ਗਿਆਨ ਦੇ ਨੇਤਰਾਂ ਦੇ ਨਾਲ ਦੇਖਿਆ ਜਾ ਸਕਦਾ। ਜੇ ਸਿਰਫ
ਕੱਲੇ ਮੂੰਹ ਤੋਂ ਕਹਿਣ ਦੀਆਂ ਗੱਲਾਂ ਹੁਣ ਜਗ ਕਊਆ ਮੁਖ ਚੁੰਚ ਗਿਆਨ, ਕਿਉਂਕਿ 4 ਕਿਤਾਬਾਂ ਪੜ੍ਹ ਕੇ ਜਾਂ ਕੋਈ ਡਿਗਰੀ ਲੈ ਕੇ ਅਸੀਂ ਬਾਹਰੀ ਵਿੱਦਿਆ ਤਾਂ ਪੜ੍ਹ ਸਕਦੇ ਹਾਂ, ਉਹਨੂੰ ਵਿੱਦਿਆ ਆਪਾਂ ਠੀਕ ਆ, ਆਪਾਂ ਵਿੱਦਿਆ ਕਹਿ ਦਿੰਦੇ ਹਾਂ, ਐਜੂਕੇਸ਼ਨ ਕਹਿ ਦਿੰਦੇ ਹਾਂ, ਉਹਦੇ ਵਾਸਤੇ ਸ਼ਬਦ ਵਰਤਦੇ ਹਾਂ, ਪਰ ਉਹ ਅਸਲ ਵਿੱਦਿਆ ਨਹੀਂ ਹੈ। ਉਹ ਸਿਰਫ ਜਾਣਕਾਰੀ ਹੈ। ਜਾਣਕਾਰੀ ਇਕੱਤਰ ਕੀਤੀ ਹੋਈ ਆ, ਆਪਾਂ ਕਿਤਾਬਾਂ ਦੇ ਵਿੱਚੋਂ ਇਕੱਠੀ ਕਰ ਲਈ, ਕਿਸੇ ਨੇ ਗਿਆਨੀਆਂ ਨੇ ਗ੍ਰੰਥਾਂ ਦੇ ਵਿੱਚੋਂ ਕਰ ਲਈ, ਪਰ ਜਿਹੜੀ ਅਸਲ ਵਿੱਦਿਆ ਹੈ ਉਹ ਤਾਂ ਅਧਿਆਤਮਕਤਾ ਦੇ ਖੋਜੀਆਂ ਦੇ ਕੋਲ ਹੈ, ਜਿਨ੍ਹਾਂ ਦਾ ਉਹ ਤੀਜਾ ਨੇਤਰ ਆਪਾਂ ਜਿਹਨੂੰ ਕਹਿੰਦੇ ਆ ਵੀ ਤੀਜਾ ਨੇਤਰ ਗਿਆਨ ਦਾ ਖੁੱਲ੍ਹ ਗਿਆ, ਉਹ ਅਸਲ ਵਿੱਚ ਵਿੱਦਿਆ ਹੈ। ਉਹਦੇ ਨਾਲ ਅਵਿਦਿਆ ਦਾ ਨਾਸ਼ ਹੁੰਦਾ ਹੈ। ਉਹਦੇ ਵਾਸਤੇ ਨੇਤਰ ਵੀ ਹੋਰ ਹੈ। ਜਿਵੇਂ ਕਹਿੰਦੇ ਕਹਿਣ ਮਾਤਰ ਵਾਲਿਆਂ ਵਾਸਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਉਹ ਅਕਸਰ ਹੀ ਉਹਨਾਂ ਦੀ ਕਥਾ ਦੇ ਵਿੱਚ ਇਹ ਬਚਨ ਮਿਲਦੇ ਹੈ। ਜਦੋਂ ਮਹਾਂਪੁਰਖਾਂ ਦੀ ਕਥਾ ਸੁਣੀਏ ਅਤੇ ਉਹ ਜਿਹੜੇ ਕੋਈ ਅਹੰ ਬ੍ਰਹਮ ਸਮੀ ਕਹਿਣ ਵਾਲੇ ਸਨ ਨਾ, ਮੁੱਖ ਤੋਂ ਸਿਰਫ ਕਹਿਣ ਵਾਲੇ ਸਨ, ਅਸਲ ਸਰੂਪ ਨੂੰ ਜਿਨ੍ਹਾਂ ਨੇ ਜਾਣਿਆ ਨਹੀਂ ਸੀ ਕਿ ਮੈਂ ਹੀ ਬ੍ਰਹਮ ਹਾਂ, ਅਤੇ ਉਹ ਮਹਾਂਪੁਰਖ ਕਹਿੰਦੇ ਹੁੰਦੇ ਸੀ ਕਿ ਅਹੰ ਬ੍ਰਹਮ ਅਸਮੀ ਨਿਸੰਗ ਭੋਗੇ ਲਛਮੀ, ਅਹੰ ਬ੍ਰਹਮ ਅਕਰੇ ਨਿਸੰਗ ਖਾਵੇ ਬੱਕਰੇ। ਕਹਿੰਦੇ ਕਹਿਣ ਨੂੰ ਤਾਂ ਕਹਿੰਦੇ ਕਹੀ ਜਾਂਦੇ ਵੀ ਅਸੀਂ ਪਰਮਾਤਮਾ ਦਾ ਸਰੂਪ ਹੈ, ਪਰ ਕਹਿੰਦੇ ਉਹ ਮਾਇਆ ਦੇ ਪ੍ਰਭਾਵ ਦੇ ਅਧੀਨ ਤਾਂ ਕਹਿੰਦੇ ਉਹ ਸਾਰੇ ਜਿਹੜੀਆਂ ਕੁਰੀਤੀਆਂ ਕਰੀ ਜਾਂਦੇ ਆ, ਸਾਰੇ ਵਿਸ਼ੇ ਰਸਾਂ ਨੂੰ ਭੋਗੀ ਜਾਂਦੇ ਆ, ਬੱਕਰੇ ਵੀ ਵੱਢ ਖਾਈ ਜਾਂਦੇ ਆ। ਅਹੰ ਬ੍ਰਹਮ ਅਕਰੇ ਨਿਸੰਗ ਖਾਵੇ ਬੱਕਰੇ। ਸੋ ਮਹਾਂਪੁਰਖਾਂ ਦੇ ਇਹ ਬਚਨ ਮਿਲਦੇ ਆ ਵੀ ਉਹ ਸਿਰਫ ਕਹਿਣ ਮਾਤਰ ਨਹੀਂ, ਜਿਹੜਾ ਅਹੰ ਬ੍ਰਹਮ ਸਮੀ ਮੈਂ ਹੀ ਪਰਮਾਤਮਾ ਦਾ ਸਰੂਪ ਹਾਂ, ਮੈਂ ਹੀ ਬ੍ਰਹਮ ਹਾਂ। ਸੋ ਇਹਨੂੰ ਜਾਣਨ ਦੇ ਲਈ ਕਹਿੰਦੇ ਫਿਰ ਉਹ ਗਿਆਨ ਨੂੰ ਪ੍ਰਾਪਤ ਕਰਨਾ ਪਵੇਗਾ, ਤੀਜਾ ਨੇਤਰ ਖੋਲ੍ਹਣਾ ਪਵੇਗਾ, ਅਵਿਦਿਆ ਦਾ ਨਾਸ਼ ਕਰਨਾ ਪਵੇਗਾ। ਅਤੇ ਅਵਿਦਿਆ ਦਾ ਵਿਨਾਸ਼ ਹੋਵੇਗਾ ਕਿਵੇਂ? ਉਹ ਹੋਵੇਗਾ ਜਦੋਂ ਗੁਰੂ ਕੇ ਉਪਦੇਸ਼ ਨੂੰ ਸੁਨ ਉਪਦੇਸ਼ ਹਿਰਦੈ ਵਸਾਵੋ। ਉਹ ਗੁਰੂ ਦੇ ਉਪਦੇਸ਼ ਨੂੰ ਹਿਰਦੇ ਦੇ ਵਿੱਚ ਵਸਾ ਲਿਆ ਨਾ, ਪਰ ਮਨ ਇੱਛੇ ਨਾਨਕ ਫਲ ਪਾਵੋ। ਫਿਰ ਉਹ ਮਨ ਇੱਛੇ ਫਲਾਂ ਦੀ ਜਿਹੜੀ ਪ੍ਰਾਪਤੀ ਹੁੰਦੀ ਹੈ। ਅਤੇ ਐਵੇਂ ਕਹਿਣ ਮਾਤਰ ਨਹੀਂ, ਕਿਉਂਕਿ ਕਹਿਣ ਮਾਤਰ ਤਾਂ ਕਈ ਵਾਰੀ ਨਾ ਆਪਾਂ ਜਿਹੜੀਆਂ ਗਿਆਨ ਦੀਆਂ ਗੱਲਾਂ ਸਿਰਫ ਕਹਿੰਦੇ ਹੋਈਏ ਅਤੇ ਅਸਲ ਦੇ ਵਿੱਚ ਉਹਨੂੰ ਜਾਣਿਆ ਨਾ ਹੋਵੇ, ਉਲਟਾ ਸਾਡਾ ਨੁਕਸਾਨ ਵੀ ਹੋ ਜਾਂਦਾ ਹੈ। ਕਿ ਇੱਕ ਸਾਖੀ ਪ੍ਰਮਾਣ ਮੈਂ ਮਹਾਂਪੁਰਖਾਂ ਤੋਂ ਸੁਣਿਆ, ਉਹ ਕਹਿੰਦੇ ਇਸੇ ਤਰ੍ਹਾਂ ਦਾ ਕਹਿੰਦੇ ਇੱਕ ਬੈਠਾ ਸੀ ਸਾਹਮਣੇ ਅਹੰ ਬ੍ਰਹਮ ਅਸਮੀ ਕਹਿਣ ਵਾਲਾ ਵੀ ਮੈਂ ਹੀ ਬ੍ਰਹਮ ਹਾਂ, ਤੂੰ ਵੀ ਬ੍ਰਹਮ ਹੈ, ਹਰੇਕ ਨੂੰ ਕਹਿ ਦਿਆ ਕਰੇ ਵੀ ਮੈਂ ਵੀ ਬ੍ਰਹਮ ਹੈ, ਤੂੰ ਵੀ ਬ੍ਰਹਮ ਹੈ, ਮੈਂ ਵੀ ਪਰਮਾਤਮਾ, ਤੂੰ ਵੀ ਪਰਮਾਤਮਾ, ਇਹ ਵੀ ਪਰਮਾਤਮਾ, ਉਹ ਵੀ ਪਰਮਾਤਮਾ ਹੈ, ਸਾਰਿਆਂ ਨੂੰ ਸਿਰਫ। ਪਰ ਉਹਨੇ ਜਾਣਿਆ ਨਹੀਂ ਸੀ ਅਸਲ ਵਿੱਚ, ਕਿਉਂਕਿ ਜਿਨ੍ਹਾਂ ਨੇ ਜਾਣਿਆ ਅਸਲ ਵਿੱਚ ਜਾਣ ਲਿਆ ਵੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਮੈਂ ਵੀ ਬ੍ਰਹਮ ਹਾਂ, ਤੂੰ ਵੀ ਬ੍ਰਹਮ ਹੈ, ਜਿਨ੍ਹਾਂ ਨੇ ਅਸਲ ਵਿੱਚ ਜਾਣ ਲਿਆ ਨਾ, ਉਹ ਤੇ ਗੁਰਮੁਖ ਪਿਆਰਿਓ ਮੈਦਾਨੇ ਜੰਗ ਵਿੱਚ ਮਸ਼ਕ ਚੁੱਕ ਕੇ ਨਾ ਭਾਈ ਘਨੱਈਏ ਵਰਗਾ ਬ੍ਰਹਮ ਗਿਆਨੀ ਸਿੱਖ, ਫਿਰ ਉਹਨੂੰ ਤਾਂ ਤੁਰਕ ਵੀ ਦੇਖਣੋਂ ਹਟ ਕੇ ਉਹਨਾਂ ਨੂੰ ਸਭ ਪਾਸੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਜ਼ਰ ਆਉਣ ਲੱਗ ਪਏ ਸੀ, ਕਿਉਂਕਿ ਉਹਨਾਂ ਨੇ ਅਸਲ ਰੂਪ ਵਿੱਚ ਜਾਣ ਲਿਆ, ਸਿਰਫ ਕਹਿਣ ਮਾਤਰ ਨਹੀਂ ਸੀ, ਕਹਿਣ ਦੀਆਂ ਗੱਲਾਂ ਨਹੀਂ ਸੀ। ਅਤੇ ਉਹਨਾਂ ਦੇ ਉੱਤੇ ਫਿਰ ਮਹਾਰਾਜ ਦੀ ਖੁਸ਼ੀ ਵੀ ਦੇਖੋ ਕਿੰਨੀ ਹੋਈ। ਮਹਾਰਾਜ ਸੱਚੇ ਪਾਤਸ਼ਾਹ ਕੋਲ ਜਦੋਂ ਸ਼ਿਕਾਇਤ ਕੀਤੀ ਗੁਰਸਿੱਖਾਂ ਨੇ ਆ ਕੇ, ਮਹਾਰਾਜ ਤਾਂ ਤੁਰਕਾਂ ਨੂੰ ਦੁਸ਼ਮਣਾਂ ਨੂੰ ਪਾਣੀ ਪਿਲਾਈ ਜਾਂਦਾ, ਅਤੇ ਉਸ ਵੇਲੇ ਕਲਗੀਧਰ ਪਾਤਸ਼ਾਹ ਨੇ ਬੁਲਾ ਲਿਆ। ਕਹਿੰਦੇ ਭਾਈ ਘਨੱਈਆ ਜੀ ਸਿੰਘ ਤੁਹਾਡੀ ਸ਼ਿਕਾਇਤ ਕਰਦੇ ਆ ਵੀ ਤੁਸੀਂ ਮੈਦਾਨੇ ਜੰਗ ਦੇ ਵਿੱਚ ਦੁਸ਼ਮਣਾਂ ਨੂੰ ਪਾਣੀ ਪਿਲਾਉਂਦੇ ਹੋ। ਅਤੇ ਭਾਈ ਘਨੱਈਆ ਜੀ ਨੇ ਉਸ ਵੇਲੇ ਹੱਥ ਜੋੜ ਕੇ ਆਖਿਆ, ਮਹਾਰਾਜ ਸੱਚੇ ਪਾਤਸ਼ਾਹ ਕੌਣ ਦੋਸਤ ਅਤੇ ਕੌਣ ਦੁਸ਼ਮਣ, ਮੈਨੂੰ ਤਾਂ ਦਵੈਤ ਭਾਵ ਦਿਖਦੀ ਨਹੀਂ, ਸਭ ਪਾਸੇ ਜਿੱਧਰ ਵੇਖਦਾ ਉਸੇ ਪਾਸੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਆਪ ਜੀ ਦਿਖਾਈ ਦਿੰਦੇ ਹੋ। ਤੇਰਾ ਦੱਸਿਆ ਤੈਨੂੰ ਕੀ ਦੱਸਾਂ, ਸਬਕ ਦੂਈ ਦਾ ਤੂੰ ਸਿਖਾਇਆ ਹੀ ਨਹੀਂ, ਜਿੱਥੇ ਜਿੱਥੇ ਮੈਦਾਨੇ ਜੰਗ ਵਿੱਚ ਮੈਂ ਗਿਆ ਇੱਕ ਤੂੰ ਹੀ ਨਜ਼ਰ ਆਇਆ, ਕੋਈ ਦੂਜਾ ਨਜ਼ਰ ਆਇਆ ਹੀ ਨਹੀਂ। ਸੱਚ ਪੁੱਛੇ ਤਾਂ ਦਿਲਾਂ ਦਾ ਜਾਨੀਆਂ ਹੋਏ, ਮੈਂ ਤਾਂ ਗੁਰੂ ਗੋਬਿੰਦ ਸਿੰਘ ਨੂੰ ਪਾਣੀ ਪਿਲਾਇਆ, ਕਿਸੇ ਦੁਸ਼ਮਣ ਨੂੰ ਕਿਸੇ ਤੁਰਕ ਨੂੰ ਪਾਣੀ ਪਿਲਾਇਆ ਹੀ ਨਹੀਂ। ਉਹ ਅਵਸਥਾ ਬਣ ਗਈ ਸੀ। ਅਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਫਿਰ ਹੋਰ ਖੁਸ਼ੀਆਂ ਬਖਸ਼ੀਆਂ। ਕਹਿੰਦੇ ਲੈ ਭਾਈ ਘਨੱਈਆ, ਜਿੱਥੇ ਪਾਣੀ ਪਿਲਾਉਣ ਦੀ ਸੇਵਾ ਕਰਦਾ ਨਾ, ਆਹ ਮਲਮ ਦੀ ਡੱਬੀ ਵੀ ਲੈ ਜਾ, ਜ਼ਖਮੀਆਂ ਦੇ ਜ਼ਖਮਾਂ ਦੇ ਉੱਤੇ ਬਿਨਾਂ ਦਵੈਤ ਭਾਵ ਤੋਂ ਇਸੇ ਭਾਵਨਾ ਦੇ ਨਾਲ ਮਲਮ ਪੱਟੀ ਵੀ ਕਰੀ, ਉਹਨਾਂ ਦੇ ਜ਼ਖਮਾਂ ਨੂੰ ਵੀ ਰਾਜੀ ਕਰੀ। ਉਹਨਾਂ ਨੇ ਅਸਲ ਰੂਪ ਦੇ ਵਿੱਚ ਜਾਣ ਲਿਆ ਸੀ। ਉਹ ਜਿਹੜੇ ਜਿਨ੍ਹਾਂ ਅੱਖਾਂ ਨੂੰ ਆਖਿਆ ਵੀ ਉਹ ਨੇਤਰ ਹੋਰ ਹੈ, ਉਹ ਖੁੱਲ੍ਹ ਗਏ ਸਨ ਭਾਈ ਘਨੱਈਆ ਜੀ, ਪਰ ਜਿਨ੍ਹਾਂ ਦੇ ਖੁੱਲ੍ਹੇ ਨਹੀਂ, ਸਿਰਫ ਕਿਤਾਬੀ ਗਿਆਨ ਹੀ ਹੈ, ਸਿਰਫ ਜਾਣਕਾਰੀ ਇਕੱਤਰ ਕੀਤੀ ਹੋਈ ਹੈ। ਸੋ ਉਹਨਾਂ ਦੇ ਨਾਲ ਕਈ ਵਾਰੀ ਇਹ ਜਿਹੜਾ ਅਧੂਰਾ ਗਿਆਨ ਹੈ
ਜਾਂ ਸਿਰਫ ਕਹਿਣ ਮਾਤਰ ਗਿਆਨ ਹੈ ਉਹ ਨੁਕਸਾਨ ਵੀ ਕਰ ਦਿੰਦਾ ਉਹਨਾਂ ਦਾ। ਉਹ ਨੁਕਸਾਨ ਕਿਵੇਂ ਕਰਦਾ ਹੈ? ਕਹਿੰਦੇ ਇੱਕ ਇਸ ਤਰ੍ਹਾਂ ਦਾ ਸੀ ਵੀ ਉਹ ਸਿਰਫ ਕਹਿਣ ਮਾਤਰ ਸੀ, ਅਹੰ ਬ੍ਰਹਮਾਸਮੀ, ਕਿ ਮੈਂ ਹੀ ਬ੍ਰਹਮ ਹਾਂ, ਤੂੰ ਵੀ ਬ੍ਰਹਮ ਹੈ, ਮੈਂ ਵੀ ਪਰਮਾਤਮਾ, ਤੂੰ ਵੀ ਪਰਮਾਤਮਾ। ਅਤੇ ਕਹਿੰਦੇ ਉਹ ਇਸ ਤਰ੍ਹਾਂ ਕਹਿੰਦੇ ਉਹ ਕਹੀ ਜਾਵੇ। ਅਤੇ ਉੱਧਰੋਂ ਇੱਕ ਕੋਈ ਮੁਹਾਵਤ ਹਾਥੀ ਲੈ ਕੇ ਆ ਰਿਹਾ ਸੀ, ਅਤੇ ਉਹ ਵਿਚਕਾਰ ਬੈਠਾ ਰਸਤੇ ਦੇ ਇੱਦਾਂ ਕਹਿ ਰਿਹਾ, ਅਤੇ ਮੁਹਾਵਤ ਨੇ ਉਹਨੂੰ ਆਵਾਜ਼ਾਂ ਦਿੱਤੀਆਂ, ਕਹਿੰਦਾ ਭਾਈ ਪਾਸੇ ਹੋ ਜਾ, ਹਾਥੀ ਲੰਘਣਾ, ਅਤੇ ਇਹ ਨਾ ਹੋਵੇ ਵੀ ਤੇਰਾ ਕੋਈ ਨੁਕਸਾਨ ਹੋ ਜੇ। ਪਰ ਉਹ ਕਹੀ ਗਿਆ, ਕਹਿੰਦਾ ਨਹੀਂ ਜੀ ਮੈਂ ਵੀ ਬ੍ਰਹਮ ਹੈ, ਆਹ ਹਾਥੀ ਵਿੱਚ ਵੀ ਬ੍ਰਹਮ ਹੈ, ਅਤੇ ਬ੍ਰਹਮ ਨੇ ਬ੍ਰਹਮ ਦਾ ਕੀ ਨੁਕਸਾਨ ਕਰਨਾ ਹੈ? ਕਿਉਂਕਿ ਗੱਲ ਸਿਰਫ ਕਹਿਣ ਮਾਤਰ ਸੀ, ਅਧੂਰਾ ਗਿਆਨ ਸੀ। ਉਹ ਉੱਠਿਆ ਨਾ ਰਸਤੇ ਵਿੱਚੋਂ, ਐਵੇਂ ਹੀ ਕਹੀ ਗਿਆ ਵੀ ਮੈਂ ਵੀ ਬ੍ਰਹਮ ਹੈ, ਹਾਥੀ ਵਿੱਚ ਵੀ ਬ੍ਰਹਮ ਹੈ। ਅਤੇ ਐਨ ਹਾਥੀ ਜਦੋਂ ਕਹਿੰਦੇ ਨੇੜੇ ਆ ਗਿਆ ਨਾ ਉਹਦੇ, ਹਾਥੀ ਨੇ ਕੀ ਕੀਤਾ, ਉਹਨੂੰ ਸੁੰਡ ਨਾਲ ਚੱਕ ਕੇ ਪਟਕਾ ਕੇ ਮਾਰਿਆ ਪਾਸੇ, ਅਤੇ ਉਹਦੇ ਗਿੱਟੇ ਗੋਡੇ ਸੀ ਤੋੜ ਕੇ ਰੱਖਤੇ, ਅਤੇ ਉਹ ਮਾਰੇ ਚੀਕਾਂ ਹੁਣ। ਅਤੇ ਫਿਰ ਉਹ ਬਾਅਦ ਵਿੱਚ ਕਹਿੰਦਾ ਵੀ ਮੈਂ ਤਾਂ ਇਸ ਕਰਕੇ ਪਾਸੇ ਨਹੀਂ ਹਟਦਾ ਸੀ ਵੀ ਕਿਉਂਕਿ ਇਹ ਪ੍ਰਮਾਤਮਾ ਦੀ ਬਾਣੀ ਵੀ ਕਹਿੰਦੀ ਹੈ, ਸਾਰੇ ਸੰਤ ਮਹਾਂਪੁਰਖ ਇਹ ਗੱਲ ਕਹਿੰਦੇ ਹੈ ਵੀ ਮੈਂ ਵੀ ਬ੍ਰਹਮ ਦਾ ਸਰੂਪ ਹੈ, ਅਤੇ ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰਿਆਂ ਵਿੱਚ ਉਹ ਬ੍ਰਹਮ ਦਾ ਪਸਾਰਾ ਹੈ। ਸਾਰਿਆਂ ਵਿੱਚ ਚੀਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸਾਰਿਆਂ ਵਿੱਚ ਉਹ ਬ੍ਰਹਮ ਦਾ ਪਸਾਰਾ ਹੈ। ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ। ਕਹਿੰਦਾ ਮੈਂ ਤਾਂ ਇਸ ਕਰਕੇ ਕਹਿ ਰਿਹਾ ਸੀ। ਅਤੇ ਉਹ ਕਹਿੰਦਾ ਵੀ ਤੂੰ ਉਹ ਸਾਹਮਣੇ ਹਾਥੀ ਵਾਲੇ ਬ੍ਰਹਮ ਨੂੰ ਤਾਂ ਵੇਖ ਲਿਆ, ਅਤੇ ਆਪਣੇ ਆਪ ਨੂੰ ਬ੍ਰਹਮ ਰੂਪ ਵਿੱਚ ਵੇਖ ਲਿਆ। ਅਤੇ ਕਹਿੰਦਾ ਜਿਹੜਾ ਮੈਂ ਤੈਨੂੰ ਉੱਤੇ ਬੈਠਾ ਆਵਾਜ਼ਾਂ ਦੇਈ ਜਾਂਦਾ ਸੀ ਕਦੋਂ ਦਾ ਵੀ ਪਾਸੇ ਹਟ ਜਾ, ਤੇਰਾ ਨੁਕਸਾਨ ਹੋ ਜੂ, ਵੀ ਕਹਿੰਦਾ ਮੇਰੇ 'ਚ ਨਹੀਂ ਬ੍ਰਹਮ ਸੀ, ਮੈਂ ਵੀ ਉਸ ਬ੍ਰਹਮ ਦੀ ਅੰਸ਼ ਹਾਂ। ਇਸ ਕਰਕੇ ਭਾਈ ਕਈ ਵਾਰੀ ਨਾ ਇਹ ਜਿਹੜਾ ਸਿਰਫ ਕਹਿਣ ਮਾਤਰ ਗਿਆਨ ਹੁੰਦਾ ਹੈ ਉਹ ਨੁਕਸਾਨ ਵੀ ਕਰਾ ਦਿੰਦਾ ਹੈ। ਅਹੰ ਬ੍ਰਹਮਾਸਮੀ। ਸੋ ਇੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਮਹਾਨ ਗੁਰਸਿੱਖ ਭਾਈ ਦਇਆ ਸਿੰਘ ਜੀ ਕਹਿ ਰਹੇ ਹੈ, ਕਹਿੰਦੇ ਭਾਈ ਇਹ ਜਿਹੜਾ ਅਹੰ ਬ੍ਰਹਮਾਸਮੀ ਹੈ, ਸੋ ਕਹਿੰਦੇ ਅੰਤਸ਼ਕਰਨ ਦੀ ਜਿਹੜੀ ਬਿਰਤੀ ਹੈ, ਜਦੋਂ ਇਸ ਰੂਪ ਦੇ ਵਿੱਚ ਕਿ ਮੈਂ ਹੀ ਉਹ ਪਰਮਾਤਮਾ ਦਾ ਸਰੂਪ ਹਾਂ, ਮੈਂ ਹੀ ਉਹ ਬ੍ਰਹਮ ਹਾਂ, ਮੇਰਾ ਆਤਮਾ ਹੀ ਪਰਮਾਤਮਾ ਦਾ ਰੂਪ ਹੈ, ਜਦੋਂ ਕਹਿੰਦੇ ਬਿਰਤੀ ਇਸ ਜਗ੍ਹਾ 'ਤੇ ਚਲੀ ਜਾਂਦੀ ਹੈ, ਉਸ ਵੇਲੇ ਦਵੈਤ ਨਾ ਕੋਈ, ਉਸ ਵੇਲੇ ਕੋਈ ਦਵੈਤ ਭਾਵ ਨਹੀਂ ਰਹਿੰਦੀ, ਸਾਰੇ ਪਾਸੇ ਉਹ ਬ੍ਰਹਮ ਹੀ ਨਜ਼ਰ ਆਉਂਦਾ ਹੈ। ਫਿਰ ਕਹਿੰਦੇ ਜਿਹੜੀ ਇਹ ਬਿਰਤੀ ਹੈ ਇਹ ਅਖੰਡਾਕਾਰ ਹੋ ਜਾਂਦੀ ਹੈ। ਅਤੇ ਜਿਹੜੀ ਕਹਿੰਦੇ ਇਹ ਅਖੰਡਾਕਾਰ ਬਿਰਤੀ ਹੈ, ਅਖੰਡ ਕਹਿੰਦੇ ਆ ਜਿਹਦੇ ਵਿੱਚ ਖੰਡਨ ਨਾ ਹੋਵੇ, ਜਿਹਦੇ ਟੋਟੇ ਨਾ ਹੋ ਸਕਣ। ਜਿਵੇਂ ਆਪਾਂ ਸ਼੍ਰੀ ਅਖੰਡ ਪਾਠ ਸਾਹਿਬ ਉਹ ਲਗਾਤਾਰ ਚੱਲਦਾ ਨਾ, ਵਿੱਚੋਂ ਆਪਾਂ ਕੋਈ ਟੋਟਾ ਤਾਂ ਨਹੀਂ ਕਰਦੇ, ਵਿੱਚੋਂ ਰੋਕਦੇ ਤਾਂ ਨਹੀਂ ਪਾਠ ਨੂੰ, ਅਖੰਡ ਚੱਲਦਾ ਹੈ। ਇਸੇ ਤਰ੍ਹਾਂ ਕਹਿੰਦੇ ਜਿਹੜੀ ਬ੍ਰਹਮ ਦੇ ਸਰੂਪ ਨੂੰ ਜਾਣਨ ਵਾਲੀ ਜਿਹੜੀ ਬਿਰਤੀ ਹੈ ਅੰਤਸ਼ਕਰਨ ਦੇ ਵਿੱਚ ਜਦੋਂ ਇਹ ਪੈਦਾ ਹੋ ਜਾਂਦੀ ਹੈ, ਅਤੇ ਇਹ ਬਿਰਤੀ ਅਖੰਡਾਕਾਰ ਜਦੋਂ ਉਪਜ ਜਾਂਦੀ ਹੈ, ਐਸੀ ਜਿਹੜੀ ਅਖੰਡਾਕਾਰ ਜਿਹੜੀ ਬਿਰਤੀ ਹੈ ਉਹਨੂੰ ਕਹਿੰਦੇ ਵਿਦਿਆ ਨਾਮ ਸੁਜਾਨ। ਕਹਿੰਦੇ ਉਹਨੂੰ ਉਸ ਦਾ ਨਾਮ ਕਹਿੰਦੇ ਭਲੀ ਪ੍ਰਕਾਰ ਕਰਕੇ ਵਿਦਿਆ ਜਾਣੋ, ਉਹਨੂੰ ਵਿਦਿਆ ਕਹਿੰਦੇ ਹਨ। ਫਿਰ ਕਹਿੰਦੇ ਜਿਹੜਾ ਕਾਰਨ ਸਰੂਪ ਹੈ, ਕਾਰਜ ਸਰੂਪ ਹੈ, ਕਾਰਨ ਸਰੀਰ ਅਤੇ ਕਾਰਜ, ਸੋ ਜੋ ਦੋਵਾਂ ਦਾ ਇਹ ਭੇਦ ਹੈ, ਦੁਬਿਧਾ ਹਾਨ ਅਗਿਆਨ। ਕਹਿੰਦੇ ਇਸ ਦੇ ਨਾਲ ਕਹਿੰਦੇ ਜਿਹੜੀ ਦੁਬਿਧਾ ਜਿਹੜੀ ਹੈ ਇਹ ਕਾਰਨ ਅਤੇ ਕਾਰਜ ਦੇ ਅੰਦਰਲੇ ਅਤੇ ਬਾਹਰਲੇ ਨੂੰ ਅਲੱਗ ਅਲੱਗ ਜਾਣਨਾ। ਸੋ ਸਰੀਰ ਅਲੱਗ ਹੈ, ਆਤਮਾ ਅਲੱਗ ਹੈ। ਕਹਿੰਦੇ ਜਿਹੜਾ ਕਾਰਨ ਅਤੇ ਕਾਰਜ ਦਾ ਭੇਦ ਹੈ, ਸੋ ਇਹਨੂੰ ਆਪਾਂ ਕੱਲ੍ਹ ਨੂੰ ਵਿਸਥਾਰ ਦੇ ਵਿੱਚ ਵੀ ਥੋੜ੍ਹਾ ਜਿਹਾ ਵਿਚਾਰ ਲਵਾਂਗੇ, ਕਿਉਂਕਿ ਹੁਣ ਸਮਾਂ ਸਮਾਪਤੀ ਦਾ ਹੋ ਰਿਹਾ। ਕਾਰਨ ਅਤੇ ਕਾਰਜ ਭੇਦ ਇਹ ਕੀ ਹੈ? ਸੋ ਕਾਰਨ ਅਤੇ ਕਾਰਜ ਦਾ ਜਿਹੜਾ ਭੇਦ ਹੈ, ਇਹਦੇ ਕਰਕੇ ਜਿਹੜੀ ਦੁਬਿਧਾ ਪੈਦਾ ਹੋਈ ਹੈ, ਕਹਿੰਦੇ ਇਹ ਦੁਬਿਧਾ ਦਾ ਕਹਿੰਦੇ ਹਾਨ, ਇਹ ਦੁਬਿਧਾ ਦਾ ਕਹਿੰਦੇ ਹਾਨੀ ਹੋ ਜਾਂਦੀ ਹੈ, ਨਾਸ਼ ਹੋ ਜਾਂਦੀ ਹੈ, ਜਿਹੜੀ ਅਗਿਆਨ ਦੇ ਕਾਰਨ ਹੈ। ਸੋ ਇਹਨੂੰ ਕਹਿੰਦੇ ਇਹਨੂੰ ਨਾਸ਼ ਕਰਨ ਵਾਲਾ ਕੀ ਹੈ? ਉਹ ਵਿਦਿਆ ਹੈ। ਸੋ ਵਿਦਿਆ ਦੇ ਨਾਲ ਕਹਿੰਦੇ ਇਹਦਾ ਵਿਨਾਸ਼ ਹੁੰਦਾ ਹੈ। ਸੋ ਇੱਥੇ ਹੀ ਆਪਾਂ ਵਿਚਾਰਾਂ ਨੂੰ ਵਿਰਾਮ ਦੇਵਾਂਗੇ। ਬਾਕੀ ਰਹਿੰਦੀਆਂ ਜਿਹੜੀਆਂ ਵਿਚਾਰਾਂ ਜਾਂ ਹੋਰ ਪ੍ਰਸ਼ਨ ਗੁਰੂ ਕੀਆਂ ਸੰਗਤਾਂ ਨੇ ਕੀਤੇ ਹੈ, ਸੋ ਉਹਨਾਂ ਨੂੰ ਆਪਾਂ ਕੱਲ੍ਹ ਹੋਰ ਵਿਸਥਾਰ ਸਹਿਤ ਇਸੇ ਪ੍ਰਕਾਰ ਵਿਚਾਰਾਂਗੇ। ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ
ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ। ਇਹ ਜੋ ਬਹੁਤ ਕਠਿਨ ਵਿਚਾਰ ਹੈ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਕਰਵਾ ਲੈਣ ਅਤੇ ਸੁਣੀ ਹੋਈ ਵਿਚਾਰ ਸੰਗਤਾਂ ਨੂੰ ਸਮਝ ਆਵੇ, ਸਮਝ ਕੇ ਕਮਾ ਸਕਣ। ਇਹਦੇ ਵਾਸਤੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਹੈ। ਆਓ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਅਰਦਾਸ ਦੇ ਵਿੱਚ ਆਪਾਂ ਸ਼ਾਮਲ ਹੋਣਾ ਹੈ, ਗੁਰਫਤਿਹ ਦੀ ਸਾਂਝ ਕਰਨੀ ਹੈ। ਦੇਹੋ ਸਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ,